ਚਾਕਰ ਲੱਗੇ ਚਾਕਰੀ, ਜੇ ਚੱਲੈ ਸਤਿਗੁਰ ਭਾਏ। ਹੁਰਮਤ ਤਿਸਨੂੰ ਅਗਲਾ, ਉਹ ਵਜੋਂ ਵੀ ਦੂਣਾ ਖਾਏ। ਵੀ ਹੋਰ ਜ਼ਿਆਦਾ ਉਸਨੂੰ ਖਾਣ ਨੂੰ ਮਿਲਦਾ ਹੈ, ਬਖਸ਼ਿਸ਼ ਕਰਦਾ ਹੈ ਪ੍ਰਭੂ। ਖਸਮੇ ਕਰੇ ਬਰਾਬਰੀ, ਗੈਰਤ ਅੰਦਰ ਪਾਏ, ਵਜੋ ਗਵਾਏ ਆਪਣਾ, ਮੂੰਹੇ ਮੂੰਹ ਪਾਣਾ ਖਾਏ। ਜੇ ਉਸਦੀ ਬਰਾਬਰੀ ਕਰੇਗਾ ਫਿਰ ਆਪਣਾ ਗਵਾ ਲੈਂਦਾ ਹੈ ਸਾਰਾ। ਫਿਰ ਖਾਣਾ ਕੀ ਖਾਂਦਾ ਹੈ, ਉਸਨੂੰ ਸਜ਼ਾ ਮਿਲਦੀ ਹੈ। ਜੁੱਤੀਆਂ ਕਹਿ ਦਈਏ ਆਪਾਂ, ਮੂੰਹੇ ਮੂੰਹ ਪਾਣਾ ਖਾਏ, ਕਿ ਜੁੱਤੀਆਂ ਖਾਂਦਾ ਹੈ ਜੀ। ਇਸ ਕਰਕੇ ਪਰਮੇਸ਼ਰ ਨੂੰ ਸੌਂਪ ਕੇ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਣ ਉਹ ਬਾਣੀ ਗੁਰੂ ਦੀ ਗਾਉਣੀ ਹੈ, ਸੱਚੀ ਬਾਣੀ ਗਾਉਣੀ ਹੈ, ਉਹਦੇ ਹੁਕਮ ਦੇ ਵਿੱਚ ਚੱਲ ਕੇ ਗਾਉਣੀ ਹੁੰਦੀ ਹੈ। ਹੁਕਮ ਕੀ ਹੈ? ਹੁਕਮ ਹੀ ਨਾਮ ਹੈ, ਏਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾ, ਨਾਮ ਹੀ ਹੁਕਮ ਹੈ। ਤੇ ਸਾਰਿਆਂ ਦੇ ਅੰਦਰ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝਾ, ਹੁਕਮ ਨੂੰ ਬੁੱਝ ਲਿਆ ਫਿਰ ਹਉਮੈ ਖਤਮ ਹੋ ਜਾਂਦੀ ਹੈ। ਕਿਉਂਕਿ ਨਾਮ ਤੇ ਹਉਮੈ ਇਕੱਠੇ ਨਹੀਂ ਰਹਿ ਸਕਦੇ, ਦੋਨਾਂ ਦਾ ਆਪਸ ਦੇ ਵਿੱਚ ਵਿਰੋਧ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਏ। ਜੇ ਨਾਮ ਬਸ ਗਿਆ ਮਨ ਦੇ ਵਿੱਚ, ਨਾਮ ਮਨ ਪ੍ਰਕਾਸ਼ ਹੋ ਜਾਏਗਾ, ਹਉਮੈ ਖਤਮ ਹੋ ਜਾਏਗੀ। ਜੇ ਮਨ ਅਸਥੂਲ ਹੈ, ਹਉਮੈ ਦੇ ਵਿੱਚ ਹੈ, ਨਾਮ ਨਹੀਂ ਬਸ ਸਕਦਾ। ਦੋਨੋਂ ਆਪਸ ਦੇ ਵਿੱਚ ਵਿਰੋਧੀ ਹਨ। ਪਰ ਇਹ ਨਾਮ ਹੁਕਮ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਨਾਮ ਦੀ ਹੀ ਵਡਿਆਈ ਮਿਲਦੀ ਹੈ। ਸਭ ਕੁਛ ਨਾਮ ਤੋਂ ਪੈਦਾ ਹੋਇਆ ਹੈ। ਹੁਕਮੇ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਏ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਲਾਈ। ਉੱਤਮ ਨੀਚ ਤੋਂ ਉੱਤਮ ਹੁਕਮ ਦੇ ਵਿੱਚ ਆ ਕੇ ਆਪਾਂ ਹੋ ਸਕਦੇ ਹਾਂ। ਤੇ ਦੁੱਖਾਂ ਤੋਂ ਸੁਖ ਪ੍ਰਾਪਤ ਕਰਨ ਦੇ ਵਾਸਤੇ ਹੁਕਮ ਦੇ ਵਿੱਚ ਆਉਣਾ ਪੈਂਦਾ ਹੈ। ਇਕਨਾਂ ਨੂੰ ਪਰਮੇਸ਼ਰ ਦੇ ਹੁਕਮ ਦੀ ਬਖਸ਼ਿਸ਼ ਹੋ ਜਾਂਦੀ, ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਨਾ ਭਵਾਉਂਦੇ ਰਹਿੰਦੇ ਨੇ, ਹੁਕਮ ਨਹੀਂ ਬੁਝਦੇ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਦ ਕਿ ਨਾਮ ਸਾਰਿਆਂ ਦੇ ਅੰਦਰ ਹੈ। ਜੇ ਹੁਕਮ ਬੁਝ ਲਿਆ, ਹਉਮੈ ਖਤਮ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿੰਨੀ ਦੇਰ ਤੱਕ ਅਸੀਂ ਹੁਕਮ ਨੂੰ ਨਹੀਂ ਮੰਨਦੇ, ਗੁਰ ਦੇ ਗਿਆਨ ਨੂੰ ਸੁਣ ਕੇ ਨਹੀਂ ਮੰਨਦੇ, ਪਰਮੇਸ਼ਰ ਤੋਂ ਸਾਡੀ ਦੂਰੀ ਹੈ। ਤੇ ਜਦੋਂ ਅਸੀਂ ਹੁਕਮ ਨੂੰ ਮੰਨ ਲੈਂਦੇ ਹਾਂ ਤੇ ਫਿਰ ਸਾਡਾ ਮਿਲਾਪ ਹੋ ਜਾਂਦਾ ਹੈ, ਸਾਡਾ ਵਿਜੋਗ ਖਤਮ ਹੋ ਜਾਂਦਾ, ਦੂਰੀ ਖਤਮ ਹੋ ਜਾਂਦੀ ਹੈ। ਮਹਾਰਾਜ ਸਮਝਾਉਂਦੇ ਨੇ, ਸਭਨਾ ਕਾ ਸੋ ਏਕ ਹੈ, ਸਾਧ ਹੀ ਰਹਿ ਹਜੂਰ। ਨਾਨਕ ਹੁਕਮ ਨ ਮੰਨਈ, ਘਰ ਹੀ ਅੰਦਰ ਦੂਰ। ਕਹਿੰਦੇ ਸਾਰਿਆਂ ਦਾ ਸੋ ਇੱਕ ਹੀ ਹੈ, ਸਦਾ ਹੀ ਹਜੂਰ ਰਹਿੰਦਾ ਹੈ। ਜੇ ਹੁਕਮ ਨਹੀਂ ਮੰਨਦੇ, ਘਰ 'ਚ ਰਹਿ ਕੇ ਵੀ ਦੂਰ ਹੈ।
पर हुक्म मनदा कौन है? हुक्म पीते ना मनाए सी, जिसको नदर करे। हुक्म मन सुख पाया, प्रेम सुहागण होए। जिन्हें हुक्म नूं मन लिया वो सुहागण हो जाती है, पर मनदा वही है जिसनों किरपा करता है, उन्होंने अपना हुक्म मना लेंदा है। सो इस तरीके दे नाल सानू समझाया है कि परमेश्वर ते साडे विच सिर्फ इन्नी क दूरी है जिन्नी क एक पपीरी दा पत हुंदा है। पपीरी आपां देखदे हाँ एक छोटा सा पंछी हुंदा है, एक जिसनों आपां जहाज भी कह देंदे आम, हैलीकॉप्टर की तरह हुंदा है। उसदे छोटे छोटे फंग हुंदे ने, ते इन्नी क दूरी साडी है परमेश्वर दे नालों। इस करके नहीं दिसदा, असी दूर समझते हाँ। ते जदों भरम खत्म हो जाता है, पर्दा पासे हो जाता है, ते फिर साडे सामने प्रगट हो जाता है। महाराज समझाउंदे ने, पापीरी के पात पार दो, बिन पेखै दूर आयो। कहंदे सुनिया है नेड़े पर देखा नहीं, क्योंकि पपीरी दे पत जिन्ना पड़दा है। निकट सुनियो अर पेख्यो ना है न। कहंदे नेड़े सुनिया पर देखा नहीं। परम परम दुख भरिया, होए कृपाल गुरु लाहियो पार दो, मिलियो लाल मन हरिया। कहंदे फिर मिलाप हो जाता है जदों गुर पर्दा दूर कर देंदा है। सो पर्दा है, इस पर्दे नूं हौमे दी दीवार भी कह देता, कूड़ दी पाल भी कह देता है, ते गुर दे ज्ञान तो बिना ये टुटदी नहीं है। सानू तन कह देता, प्रभु नूं पिर कह देता है, सानू समझा देता है कि तन पिर का एक ही संग वासा, बिच हौमे भीत करारी। कहंदे इकट्ठे ही वसते हाँ असीं, कोई दूरी नहीं है। दूरी की है कि एक बहुत कैड़ी हौमे दी दीवार खड़ गई है। गुरपूरे हौमे पीत तोरी, जन नानक मिलै बनबारी। कहंदे जदों पूरा गुर हौमे दी पीत तोड़ देंदा है, दीवार तोड़ देंदा है, फिर उसका विलाप हो जाता है। सो यह कदों हुंदा है सारा ही, जदों अकाल पुरख वाहिगुरु दया करदा है। दया कदों करदा है? जदों साडे अंदर इच्छा बनती है, जदों सानू समझ आउंदी है, किते संगत मिलती है, फिर सानू अपने इस जीवन दे मनोरथ का पता चलता है। फिर असीं उस प्रभु दे अगे बेनती करते हाँ, जोदरी करते हाँ, फिर जाके प्रभु का मिलाप होंदा है। ते नहीं तो महाराज समझाउंदे ने कि असीं अपने जीवन नूं हार के चले जाते हाँ। हुण ये सारा ही साडे अंदर दा खेल है। सब कुछ साडे अंदर ही वसदा है, बाहर कुछ भी नहीं है। सब किछ कर्म है, बाहर नाही, बाहर टोला सो परम भुलाही। जिहड़ा बाहर टोलदा ओह परम दे विच है, क्योंकि सब कुछ घर दे विच है। घर साडा किड्डा है, कित्थे है, किस नूं घर किया है? एक तन दा घर है, एक मन दा घर है। ते गुरबाणी मन नूं संबोधन है। जिवें तन दा घर है
ਤਨ ਵੀ ਨਾਸਵਾਨ ਹੈ, ਤਨ ਦਾ ਘਰ ਵੀ ਟਹਿ ਜਾਂਦਾ ਹੈ। ਸੰਸਾਰ 'ਚ ਆਪਾਂ ਦੇਖਦੇ ਹਾਂ, ਕੋਈ ਕਹਿੰਦਾ ਹੈ ਬਾਰਿਸ਼ ਹੋ ਗਈ, ਬਾਰਿਸ਼ ਦੇ ਨਾਲ ਘਰ ਟਹਿ ਗਿਆ, ਕਦੇ ਭੂਚਾਲ ਆ ਜਾਂਦਾ ਹੈ, ਤੇ ਸਾਡਾ ਸਰੀਰ ਵੀ ਨਾਸਵਾਨ ਹੈ। ਲੇਕਿਨ ਮਨ ਦਾ ਘਰ ਕਦੇ ਟਹਿੰਦਾ ਨਹੀਂ ਹੈ। ਉਹ ਮਨ ਦਾ ਸੱਚਾ ਘਰ ਹੈ, ਜਿਸ ਘਰ ਦੇ ਵਿੱਚ ਅਸੀਂ ਵਸਣਾ ਹੈ। ਪਰ ਸਾਡੇ ਮਨ ਦੀ ਹਾਲਤ ਕੀ ਹੋ ਚੁੱਕੀ ਹੈ? ਮਹਾਰਾਜ ਸਮਝਾਉਂਦੇ ਨੇ ਕਿ ਮਨ ਉਸ ਘਰ ਨਾਲ ਜੁੜ ਗਿਆ ਜਿਹੜਾ ਘਰ ਅਸੀਂ ਛੱਡ ਜਾਣਾ ਹੈ। ਉਹ ਘਰ ਦੇ ਵਿੱਚ ਇੱਕ ਸਾਡਾ ਤਨ ਆਉਂਦਾ ਹੈ, ਦੂਜਾ ਤਨ ਦਾ ਘਰ ਆਉਂਦਾ ਹੈ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਕਹਿੰਦੇ ਉਹ ਮਨ 'ਚ ਲੱਗਿਆ ਜਿਹੜਾ ਘਰ ਛੱਡ ਕੇ ਚਲੇ ਜਾਣਾ ਹੈ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਵੀ ਜਿੱਥੇ ਜਾ ਕੇ ਤੂੰ ਵਸਣਾ ਹੈ ਉਸ ਘਰ ਦੀ ਮਨ ਚਿੰਤਾ ਨਹੀਂ ਕਰਦਾ। ਜਿਹੜਾ ਘਰ ਛੱਡ ਕੇ ਚਲੇ ਜਾਣਾ ਉਸ ਦਾ ਮਨ ਦੇ ਵਿੱਚ ਚਿੰਤਾ ਕਰਦਾ ਹੈ। ਉਹ ਮਨ ਦੇ ਵਿੱਚ ਵਸਾਇਆ ਹੋਇਆ ਹੈ। ਕਿਹੜਾ ਘਰ ਹੈ ਸਾਡਾ? ਜਿਹੜਾ ਘਰ ਅਟਾ ਹੈ। ਜੋ ਨਾ ਟਹੰਦੋ ਮੂਲ ਸੋ ਘਰ ਰਸ ਕਰ। ਇੱਕੋ ਚਿੱਤ ਵਸਾਏ ਕਦੇ ਨਾ ਜਾਹੇ ਮਰ। ਕਹਿੰਦੇ ਉਹ ਘਰ ਆਪਣਾ ਬਣਾਉਣਾ ਹੈ ਜਿਹੜਾ ਘਰ ਕਦੇ ਵੀ ਟਹਿੰਦਾ ਨਹੀਂ ਹੈ। ਉਹ ਘਰ ਕਿਹੜਾ ਹੈ? ਸਾਡਾ ਨਿਜ ਮਹਿਲ, ਥਿਰ ਘਰ, ਸੱਚਾ ਮਹਿਲ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਉਹ ਕਿੱਥੇ ਹੈ? ਇਸ ਜੋ ਹਰਿਮੰਦਰ ਸਾਹਿਬ ਸਤਿਗੁਰਾਂ ਨੇ ਸਾਨੂੰ ਇੱਕ ਸਥਾਨ ਬਣਾ ਕੇ ਦਿੱਤਾ, ਇਸ ਦੇ ਵਿੱਚ ਸਾਨੂੰ ਸਾਰਾ ਕੁਛ ਹੀ ਸਮਝਾਇਆ ਹੈ ਕਿ ਮਨ ਕਿੱਥੇ ਰਹਿੰਦਾ ਹੈ, ਕਿੱਥੇ ਇਸ ਦਾ ਅਸਲੀ ਘਰ ਹੈ, ਕਿੱਥੇ ਵਸਣਾ ਹੈ ਇਸ ਨੇ, ਜਿੱਥੇ ਜਾ ਕੇ ਫਿਰ ਇਸ ਨੂੰ ਦੁਬਾਰਾ ਸੰਸਾਰ 'ਚ ਨਹੀਂ ਆਉਣਾ ਪਏਗਾ। ਤੇ ਜੇ ਉਹ ਹੋਰ ਪਾਸੇ ਵਸੇਗਾ ਤ੍ਰੈ ਗੁਣਾਂ ਦੇ ਵਿੱਚ, ਫਿਰ ਵਾਰ-ਵਾਰ ਸੰਸਾਰ ਦੇ ਵਿੱਚ ਆਏਗਾ। ਕਿਸ ਦਾ ਘਰ ਹੈ? ਮਨ ਦਾ। ਮਨ ਕਿੱਥੇ ਹੈ ਆਪਣਾ? ਸਾਰਿਆਂ ਦਾ ਮਨ ਕੀ ਹੈ? ਮੰਦਰ। ਮਨ ਮੰਦਰ ਤਨ ਵੇਸ ਕਲੰਦਰ। ਤਨ ਇੱਕ ਤਮਾਸ਼ਾ ਹੈ, ਤਨ ਦੇ ਵਿੱਚ ਮਨ ਮੰਦਰ ਹੈ, ਕਿਉਂਕਿ ਪਰਮੇਸ਼ਰ ਨੇ ਮਨ ਦੇ ਵਿੱਚ ਵਸਣਾ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਜਾ। ਉਹ ਸੱਚਾ ਘਰ ਹੈ। ਕਿਹੜਾ ਘਰ ਹੈ? ਸੁਨ ਘਰ, ਚੌਥੀ ਸੁਨ। ਇਹ ਮਨ ਹੈ ਸਾਡਾ ਸਾਰਿਆਂ ਦਾ। ਇਹ ਮਨ ਕਿੱਥੇ ਹੈ? ਸਾਡੇ ਸਰੀਰ ਦੇ ਵਿੱਚ। ਸਾਡੇ ਨੇਤਰ ਨੇ। ਮਨ ਕਿੱਥੇ ਵਸਦਾ ਹੈ? ਨੇਤਰਾਂ ਦੇ ਵਿੱਚ। ਇਸ ਸਰੀਰ ਦੇ ਵਿੱਚ ਸਭ ਤੋਂ ਉੱਚਾ ਸਥਾਨ ਜਿਹੜਾ ਹੈ ਮਨ ਨੂੰ ਦਿੱਤਾ ਹੈ ਨੇਤਰ। ਤੇ ਨੇਤਰਾਂ ਦੇ ਵਿੱਚ ਮਨ ਹੈ। ਇਹ ਸਾਡੇ ਨੇਤਰਾਂ ਦਾ ਪੁਆਇੰਟ ਹੈ। ਇਹ ਪੁਆਇੰਟ ਹੈ। ਆਹ ਰਸਤਾ ਹੈ ਸਾਡੇ ਘਰ ਨੂੰ ਜਾਂਦਾ ਹੈ। ਇਸ ਨੂੰ ਕਹਿੰਦੇ ਨੇ ਲਿਵ ਦਾ ਰਸਤਾ, ਗੋਬਿੰਦ ਮਾਰਗ। ਇਸ ਰਸਤੇ ਨੂੰ ਆਪਾਂ ਜਾਂਦੇ ਹਾਂ। ਸਾਹਮਣੇ ਕੀ ਹੈ? ਅਕਾਲ ਤਖਤ। ਅਕਾਲ ਦਾ ਤਖਤ, ਸੱਚਾ ਤਖਤ, ਜਿਹੜਾ ਅਟਾ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜ਼ਾਦ ਹੈ। ਇਹ ਉਹ ਘਰ ਹੈ ਮਾਲਕ ਦਾ ਜਿੱਥੇ ਸਾਡੇ ਹਿਰਦੇ ਦੇ ਵਿੱਚ ਪਰਮੇਸ਼ਰ ਵਸਦਾ, ਜਿਸ ਨੂੰ ਆਪਾਂ ਦਸਵਾਂ ਦੁਆਰ ਕਹਿ ਦਿੰਦੇ ਹਾਂ, ਹਿਰਦਾ ਕਹਿ ਦਿੰਦੇ ਹਾਂ, ਨਿਜ ਘਰ ਕਹਿ ਦਿੰਦੇ ਹਾਂ, ਨਿਜ ਮਹਿਲ ਕਹਿ ਦਿੰਦੇ ਹਾਂ।
ਸੱਚਾ ਮਹਿਲ ਕਹਿ ਦਿੰਦੇ ਹਾਂ, ਥਿਰ ਕਰ ਵੀ ਗਿਆ ਹੈ। ਇੱਥੇ ਬੇਗਮਪੁਰਾ ਸ਼ਹਿਰ ਵੀ ਅਸੀਂ ਕਹਿ ਦਿੰਦੇ ਇਸ ਨੂੰ। ਇਸ ਨੂੰ ਅਸੀਂ ਅਵਚਲ ਨਗਰ ਵੀ ਕਹਿ ਦਿੰਦੇ ਹਾਂ। ਅਵਚਲ ਨਗਰ ਗੋਬਿੰਦ ਗੁਰੂ ਕਾ। ਹੁਣ ਮਨ ਸਾਡਾ ਇਹ ਰਸਤਾ ਭੁੱਲ ਗਿਆ ਹੈ। ਆਹ ਰਸਤਾ, ਇਹ ਕਿਹੜਾ ਰਸਤਾ ਹੈ? ਇਹ ਪ੍ਰੇਮ ਦਾ ਰਸਤਾ ਹੈ। ਪੰਥਾ ਪ੍ਰੇਮ ਨ ਜਾਣਈ, ਭੂਲੀ ਫਿਰੈ ਗਵਾਰ। ਨਾਨਕ ਹਰ ਬਿਸਰਾਏ ਕੈ, ਪਾਉਂਦੇ ਨਰਕ ਅੰਧਿਆਰ। ਹਰੀ ਨੂੰ ਵਿਸਾਰ ਦਿੱਤਾ ਕਿਉਂਕਿ ਰਸਤਾ ਭੁੱਲ ਗਿਆ। ਹੁਣ ਸਾਡਾ ਮਨ ਕਿੱਥੇ ਚੱਲਦਾ ਹੈ? ਕਿਉਂ ਭੁੱਲੇ ਹਾਂ? ਇਹ ਤ੍ਰੈ ਗੁਣਾਂ ਦਾ ਖੇਲ ਹੈ। ਤ੍ਰੈ ਗੁਣ ਮਾਇਆ। ਸਾਡਾ ਮਨ ਇਹਨਾਂ ਤਿੰਨਾਂ ਹੱਟਾਂ ਤੇ ਚੱਲਦਾ ਹੈ। ਤਮੋ ਹੱਟ, ਰਜੋ ਹੱਟ, ਸਤੋ ਹੱਟ। ਇੱਥੇ ਜਿਹੜਾ ਸੌਦਾ ਹੁੰਦਾ ਹੈ, ਜਦੋਂ ਇੱਥੇ ਸਵਾਸ ਸਾਡੇ ਖਰਚੇ ਜਾਂਦੇ, ਜਦੋਂ ਧਿਆਨ ਸੱਜੇ ਹੈ, ਅਸੀਂ ਵੈਰ ਵਿਰੋਧ ਵਿੱਚ ਵਿਚਰਦੇ ਹਾਂ, ਨਫ਼ਰਤ ਦੇ ਵਿੱਚ ਵਿਚਰਦੇ ਹਾਂ, ਉੱਥੇ ਫਿਰ ਸਾਡਾ ਜਿਹੜਾ ਸਵਾਸ ਨੇ ਇਸ ਹੱਟ ਤੇ ਜਮ੍ਹਾਂ ਹੋ ਜਾਂਦੇ, ਤਮੋ ਹੱਟ। ਤੇ ਸੌਦਾ ਕਿਹੜਾ ਲੈਂਦੇ? ਨਫ਼ਰਤ ਦਾ, ਵੈਰ ਵਿਰੋਧ ਦਾ, ਨਿੰਦਾ ਚੁਗਲੀ ਦਾ। ਆਪਾਂ ਸੌਦਾ ਮਨ ਸਾਰਿਆਂ ਦਾ ਵਣਜ ਕਰਦਾ ਹੈ। ਜਿੰਨਾ ਵੀ ਮਨ ਆਉਂਦੇ ਨੇ, ਜੇ ਤੇ ਜੀ ਤੇ ਵਣਜਾਰੇ। ਖੁੱਲੇ ਹੱਟ ਹੋਆ ਵਪਾਰ। ਜਦੋਂ ਨੇਤਰ ਖੁੱਲ ਜਾਂਦੇ, ਵਪਾਰ ਸ਼ੁਰੂ ਹੋ ਜਾਂਦਾ ਹੈ। ਨੌਦਰ ਖੁੱਲ ਜਾਂਦੇ ਨੇ ਤੇ ਕਿੱਥੇ ਵਪਾਰ ਕਰਦੇ? ਤੇ ਹੱਟੜੇ ਬਾਜ਼ਾਰ, ਸੌਦਾ ਕਰਨ ਵਣਜਾਰਿਆ। ਹੁਣ ਮਨ ਵਣਜਾਰਾ ਹੈ ਤੇ ਸੌਦਾ ਕਿੱਥੇ ਕਰਦਾ? ਤਿੰਨ ਹੱਟਾਂ ਤੇ। ਤਮੋ ਹੱਟ, ਰਜੋ ਹੱਟ, ਸਤੋ ਹੱਟ। ਤੇ ਇਹ ਗੁਣਾਂ ਦੇ ਵਿੱਚ ਰਹਿ ਕੇ ਇਸ ਘਰ ਦੇ ਵਿੱਚ ਹੀ ਰਹਿੰਦਾ ਹੈ। ਹੱਦ ਇੱਥੇ ਚਲੇ ਜਾਂਦਾ ਹੈ। ਇੱਕ ਰਸਤਾ ਇਹ ਆਉਂਦਾ ਹੈ, ਆਹ ਰਸਤਾ ਸਿੱਧਾ ਜਾਂਦਾ ਹੈ ਅਕਾਲ ਤਖ਼ਤ ਸਾਹਿਬ ਨੂੰ। ਇੱਕ ਆਪਾਂ ਇੱਥੋਂ ਜਾਂਦੇ ਹਾਂ ਪੌੜੀਆਂ ਉਤਰ ਕੇ, ਇੱਧਰੋਂ ਵੀ ਪੌੜੀਆਂ ਉਤਰ ਕੇ, ਇੱਧਰੋਂ ਵੀ ਪੌੜੀਆਂ ਉਤਰ ਕੇ। ਪਹਿਲਾਂ ਅਸੀਂ ਕਿੱਥੇ ਜਾਂਦੇ? ਹਰਿਮੰਦਰ ਸਾਹਿਬ। ਜ਼ਿਆਦਾਤਰ ਅਸੀਂ ਇੱਥੇ ਤੱਕ ਹੀ ਜੁੜ ਕੇ ਰਹਿ ਗਏ ਹਾਂ। ਅਸਲੀ ਸਾਡਾ ਮਕਸਦ ਕਿੱਥੇ ਦਾ ਸੀ? ਇਸ ਸਥਾਨ ਦਾ, ਅਕਾਲ ਤਖ਼ਤ ਦਾ, ਜਿੱਥੇ ਮਾਲਕ ਦਾ ਵਾਸਾ ਹੈ ਸਾਡੇ ਹਿਰਦੇ ਦੇ ਵਿੱਚ। ਉੱਚੇ ਥਾਂ ਤੇ ਜਾਣਾ ਸੀ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣਾ ਸੋਏ। ਫਿਰ ਅਸੀਂ ਉਸ ਨੂੰ ਜਾਣ ਸਕਦੇ ਹਾਂ। ਜੇਵੜ ਆਪ ਜਾਣੇ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਕਰਮ ਕਿਸ ਦਾ ਹੈ? ਇੱਥੇ ਕਿਸ ਨੇ ਜਾਣਾ ਹੈ? ਨਦਰਾਂ ਦੁਆਰਾ। ਨਦਰਾਂ ਦੇ ਵਿੱਚ ਗਿਆਨ ਪਾ ਕੇ ਸਾਡੇ ਧਿਆਨ ਨੇ ਇੰਨਾ ਉੱਚਾ ਜਾਣਾ ਹੈ ਇਸ ਸਥਾਨ ਦੇ ਉੱਤੇ। ਹੁਣ ਜਦੋਂ ਇੱਥੇ ਸਾਨੂੰ ਕੋਈ ਰੁਕਾਵਟ ਨਹੀਂ ਦਿਖਦੀ ਅੱਗੇ। ਜੇਕਰ ਅਸੀਂ ਇਸ ਰਸਤੇ ਨੂੰ ਜਾਂਦੇ ਹਾਂ, ਇਹ ਰਸਤਾ ਇੱਧਰ ਇੱਕ ਜਾਂਦਾ ਸਿੱਧਾ ਹੀ, ਜਿੱਥੇ ਅੱਗੇ ਦੋ ਨਿਸ਼ਾਨ ਸਾਹਿਬ ਲੱਗੇ ਨੇ। ਇੱਥੇ ਜਦੋਂ ਉਤਰਦੇ ਹਾਂ, ਅੱਗੇ ਪੈਰਾ ਹੈ। ਇਸ ਰਸਤੇ ਨੂੰ ਆਪਾਂ ਅੱਗੇ ਨਹੀਂ, ਇਸ ਰਸਤੇ ਨੂੰ ਚੱਲੇਗਾ। ਰਸਤਾ ਕਿਹੜਾ ਹੈ? ਇੱਧਰ ਨੂੰ ਚੱਲਦੇ ਹਾਂ, ਪਰ ਭਗਤਾਂ ਦਾ ਸੰਗ ਕਰਕੇ। ਤੇ ਜਿਹੜੇ ਦੂਜੇ ਨੇ ਉਹ ਆਪਣੀ ਮਤ ਨਾਲ ਚੱਲਦੇ, ਉਹਨਾਂ ਤੋਂ ਫਿਰ ਲੇਖਾ ਪੁੱਛਿਆ ਜਾਂਦਾ ਹੈ। ਜਿਹ ਆਵਟੇ ਬਹੁਤ ਕੰਨ ਸਾਥ। ਕਹਿੰਦੇ ਜਿਸ ਰਸਤੇ ਤੇ ਬਹੁਤ ਸਾਰੇ ਜੀਵ ਚੱਲਦੇ ਨੇ, ਪਾਰ ਬ੍ਰਹਮ ਕੇ ਸੰਗੀ ਸਾਧ। ਪਾਰ ਬ੍ਰਹਮ ਦੇ ਸੰਗੀ ਸਾਧ ਵੀ ਇਸ ਰਸਤੇ ਨੂੰ ਚੱਲਦੇ ਨੇ। ਤੇ ਦੂਜੇ ਆਪਣੀ ਮਤ ਨਾਲ ਜੇ ਕੋਈ ਚੱਲਦਾ, ਮਰਾ ਸਮਝਾਉਂਦੇ ਨੇ, ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਆਪਣੀ ਮਤ ਨਾਲ ਚੱਲਦੇ, ਉਹਨਾਂ ਨੂੰ ਲੇਖਾ ਪੁੱਛਿਆ ਜਾਂਦਾ ਹੈ ਵੀ ਦੱਸੋ ਕਿਵੇਂ ਜਾ ਰਹੇ ਹੋ,
क्या ਤੁਹਾਡੇ ਕੋਲ ਪਰਵਾਨਾ ਹੈ? ਤੁਸੀਂ ਪਰਵਾਨਾ ਲਿਆ ਹੈ? ਜਿਵੇਂ ਆਪਾਂ ਕਿਸੇ ਦੇਸ਼ ਜਾਣਾ ਹੋਵੇ, ਉਹਦੇ ਪੁੱਛਦੇ ਨੇ ਕਿ ਤੁਹਾਡੇ ਕੋਲ ਵੀਜ਼ਾ ਹੈਗਾ, ਪਾਸਪੋਰਟ ਦਿਖਾਓ। ਤੇ ਇੱਥੇ ਕਿਹੜਾ ਪਰਵਾਨਾ ਹੈ? ਗੁਰ ਦੀ ਮੱਤ। ਜਿਨ੍ਹਾਂ ਦੇ ਕੋਲ ਇਹ ਪੂਰਾ ਪਰਵਾਨਾ ਹੁੰਦਾ ਹੈ, ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ। ਮਤ ਪਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਬਿਨਾਸੀ। ਜਦੋਂ ਆਪੇ ਦੀ ਪਹਿਚਾਣ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ। ਇਸ ਕਰਕੇ ਜਿਹੜੇ ਪਾਰ ਬ੍ਰਹਮ ਦੇ ਸੰਗੀ ਸਾਧ ਨੇ, ਉਹ ਇਸ ਮਾਰਗ 'ਤੇ ਚੱਲਦੇ ਨੇ। ਉਹਨਾਂ ਨੂੰ ਚਿੱਤਰਗੁਪਤ ਨਹੀਂ ਪੁੱਛ ਸਕਦਾ, ਧਰਮਰਾਜ ਨਹੀਂ ਰੋਕ ਸਕਦਾ, ਕਿਉਂਕਿ ਉਹਨਾਂ ਨੇ ਭਗਤਾਂ ਦੀ ਸੁਣ ਕੇ ਮੰਨੀ ਹੁੰਦੀ ਹੈ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸਨਬੰਧ। ਇਹ ਅਚਲ ਮਾਰਗ ਹੈ, ਇਹ ਸਾਡੇ ਸਦਾ ਹੀ ਨਾਲ ਰਹਿੰਦਾ ਹੈ। ਜਿਹੜਾ ਦੂਜਾ ਨਾਸਵਾਨ ਹੈ, ਇਹ ਅਚਲ ਹੈ। ਜਦੋਂ ਅਸੀਂ ਗੁਰ ਭਗਤਾਂ ਦੀ ਸੁਣ ਕੇ ਮੰਨ ਲਈ, ਭਗਤਾਂ ਦੀ ਇੱਕ ਸਿੱਖ ਸੁਣ ਕੇ ਉਸ ਨੂੰ ਮੰਨ ਲਿਆ, ਫਿਰ ਇਸ ਮਾਰਗ 'ਤੇ ਸਾਨੂੰ ਕੋਈ ਨਹੀਂ ਰੋਕ ਸਕਦਾ, ਠਾਕ ਨਹੀਂ ਪੈਂਦੀ। ਤੇ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਐਸੇ ਜੀਵ ਜਿਨ੍ਹਾਂ ਨੂੰ ਪ੍ਰਭੂ ਆਪਣੇ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਇਸ ਰਸਤੇ 'ਤੇ ਰੋਕ ਨਹੀਂ ਹੈ, ਤੇ ਉਹ ਧਨ ਨੇ। ਪਰ ਕਿਹਨਾਂ 'ਤੇ ਕਿਰਪਾ ਕਰਦਾ? ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਫਿਰ ਇਸ ਰਸਤੇ 'ਤੇ ਕੋਈ ਨਹੀਂ ਰੋਕਦਾ। ਮਹਾਰਾਜ ਸਮਝਾਉਂਦੇ ਨੇ, ਠਾਕ ਨਾ ਹੋਤੀ ਤਿਨੋਂ ਦਰ, ਜੇ ਹੋਵੋ ਸੁਪਰਸੰਨ, ਜੋ ਜਨ ਪ੍ਰਭ ਆਪਣੇ ਕਰੇ, ਨਾਨਕ ਤੇ ਧਨ ਧਨ। ਕਹਿੰਦੇ ਫਿਰ ਇਸ ਦਰ 'ਤੇ ਠਾਕ ਨਹੀਂ ਹੁੰਦੀ। ਉਹ ਧਨ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ। ਇਸ ਰਸਤੇ 'ਤੇ, ਇਸ ਰਸਤੇ 'ਤੇ ਰੋਕਿਆ ਜਾਂਦਾ ਹੈ। ਹੁਣ ਇਸ ਕਰਕੇ ਆਪਾਂ ਸਾਰੇ ਹੀ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ, ਉਸ ਤੋਂ ਬਾਅਦ ਅਸੀਂ ਅਕਾਲ ਤਖ਼ਤ ਸਾਹਿਬ ਜਾਂਦੇ ਹਾਂ। ਜਦ ਤੱਕ ਆਪਾਂ ਇਹ ਪੌੜੀਆਂ ਨਹੀਂ ਉਤਰ ਕੇ ਆਉਂਦੇ, ਨੀਵੇਂ ਨਹੀਂ ਹੋ ਕੇ ਆਉਂਦੇ, ਇੱਧਰੋਂ ਜਿੱਧਰੋਂ ਮਰਜ਼ੀ ਹੋਈਏ, ਹਰਿਮੰਦਰ ਸਾਹਿਬ ਆਉਣਾ ਹੈ। ਆਲੇ ਦੁਆਲੇ ਉੱਚਾ ਹੈ, ਇਹ ਨੀਵਾਂ ਬਣਿਆ ਹੈ ਕਿ ਸਾਨੂੰ ਨਿਭ ਕੇ ਹੀ ਜਾਣਾ ਪਏਗਾ। ਜਿਵੇਂ ਤਨ ਕਰਕੇ ਆਪਾਂ ਉਤਰ ਕੇ ਜਾਂਦੇ, ਇਸ ਦਰ 'ਤੇ ਮਨ ਨਿਭ ਕੇ ਜਾਂਦਾ ਹੈ। ਜਦ ਤੱਕ ਨਿਭ ਕੇ ਆਉਂਦਾ ਨਹੀਂ ਤੇ ਇੱਧਰ ਅਕਾਲ ਤਖ਼ਤ ਸਾਹਿਬ ਨੂੰ ਜਾ ਨਹੀਂ ਸਕਦਾ। ਇਹ ਸਾਡਾ ਘਰ ਹੈ, ਇੱਥੇ ਸਤਿਗੁਰ ਦਾ ਵਾਸਾ ਹੈ। ਇੱਥੇ ਸਾਡੇ ਮਨ ਦੇ ਵਾਸਤੇ ਭੋਜਨ ਹੈ, ਮਨ ਦੇ ਵਾਸਤੇ ਇਸ਼ਨਾਨ ਕਰਨ ਵਾਸਤੇ ਸਰੋਵਰ ਹੈ, ਇੱਥੇ ਮਨ ਦੇ ਪਹਿਨਣ ਦੇ ਵਾਸਤੇ ਨਾਮ ਰੂਪੀ ਕੱਪੜਾ ਹੈ, ਤੇ ਮਨ ਦੇ ਵਣਜ ਕਰਨ ਵਾਸਤੇ ਇੱਥੇ ਨਾਮ ਦਾ ਖਜ਼ਾਨਾ ਹੈ। ਤੇ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਚੌਥੇ ਪਾਤਸ਼ਾਹ ਜੀ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਜਿਵੇਂ ਸੰਸਾਰ 'ਚ 36 ਪ੍ਰਕਾਰ ਦੇ ਭੋਜਨ ਖਾਂਦੇ ਆਪਾਂ, ਇੱਥੇ ਸਾਡਾ ਨਾਮ ਹੀ 36 ਪ੍ਰਕਾਰ ਦਾ ਭੋਜਨ ਹੈ, ਜਿਹਦੇ ਖਾਣ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਦੀ ਹਮਰੀ ਸ਼ਰਤ ਗਈ। ਕਹਿੰਦੇ ਸਾਡਾ ਪਹਿਨਣ ਵੀ ਕੀ ਹੈ? ਹਰੀ ਦਾ ਨਾਮ। ਜਦੋਂ ਇੱਕ ਵਾਰੀ ਨਾਮ ਪਹਿਨ ਲਿਆ, ਪਰਮੇਸ਼ਰ ਨੇ ਸਾਨੂੰ ਨਾਮ ਰੂਪੀ ਕੱਪੜਾ ਪਹਿਨਾ ਦਿੱਤਾ, ਫਿਰ ਮਨ ਕਦੇ ਨੰਗਾ ਨਹੀਂ ਹੁੰਦਾ, ਤੇ ਹੋਰ ਕੱਪੜਾ ਪਹਿਨਣ ਦੀ ਸ਼ਰਤ ਖਤਮ ਹੋ ਜਾਂਦੀ ਹੈ। ਹਰ ਨਾਮ ਹਮਾਰਾ ਬਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਸਤਿਗੁਰ ਹਮਕੋ ਕਾਰ ਕੁਨੀ ਦੀ।
ਕਹਿੰਦੇ ਸਤਿਗੁਰ ਨੇ ਸਾਨੂੰ ਇਹ ਕਾਰ ਦੇ ਦਿੱਤੀ। ਸਾਡਾ ਵਣਜ ਵੀ ਹਰੀ ਦਾ ਨਾਮ ਹੈ, ਵਪਾਰ ਹਰੀ ਦਾ ਨਾਮ ਹੈ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਕਹਿੰਦੇ ਅਸੀਂ ਲੇਖਾ ਵੀ ਹਰੀ ਦੇ ਨਾਮ ਦਾ ਲਿਖਿਆ, ਜਮਾਂ ਦਾ ਡਰ ਖਤਮ ਹੋ ਗਿਆ, ਕਿਉਂਕਿ ਜਿਹਦੇ ਕੋਲ ਨਾਮ ਹੈ, ਲੇਖਾ ਪੜ੍ਹੀਐ ਨਾਮ ਫਿਰ ਲੇਖ ਨਾ ਹੋਈ। ਪੁੱਛ ਨਾ ਸਕੈ ਕੋਇ, ਹਰ ਦਰ ਸਦ ਢੋਈ। ਕਹਿੰਦੇ ਕੋਈ ਨਹੀਂ ਪੁੱਛ ਸਕਦਾ, ਸਦਾ ਪ੍ਰਭੂ ਦੇ ਦਰ ਤੇ ਢੋਈ ਹੈ। ਤੇ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਹਿੰਦੇ ਐਸਾ ਦਰ ਕਿਵੇਂ ਛੱਡ ਦਈਏ ਜਿਸ ਦਰ ਤੇ ਸਾਨੂੰ ਆਉਣ ਜਾਣ ਤੋਂ ਕੋਈ ਰੋਕਦਾ ਹੀ ਨਹੀਂ। ਜੇ ਦਰ ਆਵਤ ਜਾਤ ਹੈ, ਹਟ ਕੇ ਨਾਹੀ ਕੋਏ, ਸੋ ਦਰ ਕੈਸਾ ਛੋਡੀਐ, ਜੋ ਦਰ ਐਸਾ ਹੋਏ। ਕਹਿੰਦੇ ਜਿਸ ਦਰ ਤੇ ਸਾਨੂੰ ਕੋਈ ਰੋਕਦਾ ਹੀ ਨਹੀਂ, ਜਦੋਂ ਜੀ ਚਾਹੇ ਅਸੀਂ ਆਪਣੇ ਘਰ ਚਲੇ ਜਾਈਏ, ਜਦੋਂ ਜੀ ਚਾਹੇ ਅਸੀਂ ਤ੍ਰੈ ਗੁਣਾਂ ਦੇ ਵਿੱਚ ਆ ਜਾਈਏ, ਕੋਈ ਨਹੀਂ ਰੋਕਦਾ। ਐਸੇ ਰਸਤੇ ਨੂੰ, ਐਸੇ ਦਰ ਨੂੰ ਕਿਵੇਂ ਛੱਡੀਏ। ਤੇ ਬਾਬਾ ਕਬੀਰ ਜੀ, ਬਾਬਾ ਫਰੀਦ ਜੀ ਦੱਸਦੇ ਨੇ ਕਿ ਇਹ ਦਰ ਤੇਰਾ ਜਿਹੜਾ ਹੈ, ਕਿ ਸਾਨੂੰ ਆਪਣੇ ਦਰ ਤੇ ਵਸਾ ਕੇ ਰੱਖ, ਸਾਨੂੰ ਪਰਾਏ ਦਰ ਤੇ ਨਾ ਜਾਣ ਦੇ। ਅਸੀਂ ਪਰਾਏ ਦਰ ਤੇ ਨਹੀਂ ਵਸਣਾ ਚਾਹੁੰਦੇ। ਜੇ ਤੂੰ ਚਾਹੁੰਦਾ ਹੈ ਕਿ ਅਸੀਂ ਪਰਾਏ ਦਰਵਾਜ਼ੇ ਤੇ ਰਹੀਏ, ਪਰਾਏ ਘਰ ਵਿੱਚ ਰਹੀਏ, ਪਰਾਏ ਵਾਰ ਤੇ ਰਹੀਏ, ਉਹਦੇ ਨਾਲੋਂ ਚੰਗਾ ਹੈ ਕਿ ਤੂੰ ਸਾਨੂੰ ਇਸ ਤਨ ਦੇ ਵਿੱਚੋਂ ਹੀ ਕੱਢ ਲੈ। ਬਾਰ ਪਰਾਇਆ ਵੈਸਣਾ ਸਾਈਂ ਮੁਝੇ ਨਾ ਦੇ। ਬਾਹਰ ਦਰ ਨੂੰ ਹੀ ਕਹਿੰਦੇ ਨੇ, ਸਾਡੇ ਇਲਾਕੇ 'ਚ ਬਾਹਰ ਕਹਿ ਦਿੰਦੇ, ਬਾਹਰ ਬੰਦ ਕਰ ਦਿਓ, ਦਰਵਾਜ਼ਾ ਬੰਦ ਕਰ ਦਿਓ, ਬਾਹਰ ਬੰਦ ਕਰ ਦਿਓ। ਬਾਹਰ ਹੈ ਕਿਸੇ ਦਾ ਦਰ, ਪਰਾਏ ਦਰ ਤੇ। ਕਹਿੰਦੇ ਮੈਨੂੰ ਪਰਾਏ ਦਰ ਤੇ ਨਾ ਵਸਣ ਦੇ। ਜੇ ਤੂੰ ਚਾਹੁੰਦਾ ਮੈਂ ਪਰਾਏ ਦਰ ਤੇ ਵਹਾਂ, ਤੂੰ ਮੈਨੂੰ ਸਰੀਰ 'ਚੋਂ ਹੀ ਕੱਢ ਲਾ। ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰ ਓਲੇ। ਕਿਉਂਕਿ ਇਸ ਦਰ ਦੀ ਬੜੀ ਮਹੱਤਤਾ ਹੈ, ਪ੍ਰਭੂ ਦੇ ਦਰ ਦੀ। ਪਰ ਜਿਨ੍ਹਾਂ ਦਾ ਪ੍ਰੇਮ ਪੈ ਗਿਆ ਇਸ ਦਰ ਤੇ, ਇਸ ਘਰ ਦੇ ਵਿੱਚ, ਉਹਨਾਂ ਨੂੰ ਇਸ ਤੋਂ ਬਿਨਾਂ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ। ਇਹ ਸੱਚਾ ਘਰ ਹੈ। ਇਸ ਘਰ ਦੇ ਵਿੱਚ ਮਾਲਕ ਵਸਦਾ ਹੈ, ਇਸ ਘਰ ਵਿੱਚ ਨਾਮ ਹੈ। ਇੱਥੇ ਭਗਤਾਂ ਦਾ ਵਾਸਾ ਹੋ ਜਾਂਦਾ ਹੈ। ਭਗਤਾਂ ਕਾ ਮਹਾਰਾਜ ਸਮਝਾਉਂਦੇ ਨੇ, ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ, ਪਹਿਨਣ ਭਗਤ ਵਡਿਆਈ, ਨਿਜ ਘਰ ਵਾਸਾ ਸਦਾ ਹਰ ਸੇਵਨ, ਹਰ ਦਰ ਸੋਭਾ ਪਾਈ। ਕਹਿੰਦੇ ਹਰੀ ਦੇ ਦਰ ਤੇ ਸੋਭਾ ਮਿਲਦੀ ਹੈ। ਸਦਾ ਹਰੀ ਦੀ ਦਰ ਤੇ ਬੈਠ ਕੇ ਸੇਵਾ ਕਰਦੇ ਨੇ ਤੇ ਇੱਥੇ ਪਰਮੇਸ਼ਰ ਦੀ ਵਡਿਆਈ ਨੂੰ ਪਹਿਨਦੇ ਨੇ, ਕੱਪੜਾ ਪਹਿਨਦੇ ਨੇ ਤੇ ਭੋਜਨ ਹਰੀ ਦੇ ਨਾਮ ਨੂੰ ਛਕਦੇ ਨੇ, ਪ੍ਰਾਪਤ ਕਰਦੇ ਨੇ। ਇਹ ਭਗਤਾਂ ਦਾ ਘਰ ਹੈ, ਨਿਜ ਮਹਿਲ, ਸੁਖ ਮਹਿਲ। ਸੋ ਇਸ ਘਰ ਦੇ ਵਿੱਚ ਸਾਨੂੰ ਵਸਣ ਨੂੰ ਮਹਾਰਾਜ ਸਮਝਾਉਂਦੇ ਨੇ। ਹੁਣ ਇਸ ਘਰ ਵਿੱਚ ਵਸਣ ਦੇ ਵਾਸਤੇ ਇਸ ਘਰ ਨੂੰ, ਸਾਡੇ ਨੂੰ, ਸਾਡਾ ਸਹੁਰਾ ਘਰ ਵੀ ਗਿਆ ਹੈ। ਸਹੁਰਾ ਘਰ, ਇੱਧਰਲੇ ਘਰ ਨੂੰ ਪੇਕਾ ਕਰ ਗਿਆ ਹੈ। ਇਹ ਤ੍ਰੈ ਗੁਣਾਂ ਦਾ ਜਿਹੜਾ ਘਰ ਹੈ, ਇਹ ਸਾਡਾ ਪੇਕਾ ਘਰ ਹੈ। ਇਹ ਸਹੁਰਾ ਘਰ ਹੈ। ਇੱਥੇ ਜਾ ਕੇ ਅਸੀਂ ਸੁਹਾਗਣ ਬਣਦੇ ਹਾਂ ਤੇ ਇੱਥੇ ਜਾ ਕੇ ਆਪਾਂ ਪੇਕੇ ਘਰ 'ਚ ਆਉਂਦੇ ਹਾਂ। ਇਹ ਘਰ ਸਾਨੂੰ ਛੱਡਣਾ ਹੀ ਪੈਣਾ ਇੱਕ ਦਿਨ। ਸਭਨੀ ਸਹੁਰੇ ਵੰਜਣਾ, ਸਭ ਮੁਕ ਲਾਵਣ ਹਾਰ। ਸਭ ਨੂੰ ਸਹੁਰੀ ਜਾਣਾ ਪੈਣਾ ਹੈ, ਸਭ ਮੁਕਲਾਵਾ ਲੈਣਾ ਪੈਣਾ ਹੈ। ਪਰ ਕਿਸ ਦੀ ਸੁਹਾਗਣ ਬਣਦੇ ਹਾਂ, ਉਹ ਸਾਡੇ 'ਤੇ ਨਿਰਭਰ ਹੈ ਕਿ ਅਸੀਂ ਕਿਹੜਾ ਵਰ ਪ੍ਰਾਪਤ ਕਰਨਾ ਹੈ।
ਉਹ ਵਰ ਪ੍ਰਾਪਤ ਕਰਨਾ ਜਿਹੜਾ ਅਬਿਨਾਸੀ ਹੈ, ਜਿਹੜਾ ਕਦੇ ਮਰਦਾ ਨਹੀਂ। ਤੇ ਉਹ ਵਰ ਪ੍ਰਾਪਤ ਕਰਨਾ ਹੈ ਜਿੱਥੇ ਸਾਨੂੰ ਵਾਰ-ਵਾਰ ਮਰਨਾ ਪੈਣਾ ਹੈ। ਤੇ ਜਿਹੜਾ ਅਬਿਨਾਸੀ ਵਰ ਹੈ ਉਸ ਦੀ ਮੂਰਤ ਕੈਸੀ ਹੈ? ਅਕਾਲ ਮੂਰਤ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ। ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ। ਉਹ ਅਬਿਨਾਸੀ ਵਰ ਹੈ ਤੇ ਇਸ ਘਰ ਵਿੱਚ ਫਿਰ ਸਾਡਾ ਵਾਸਾ ਹੁੰਦਾ ਹੈ। ਇਹ ਸਹੁਰਾ ਘਰ ਹੈ। ਤੇ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਇਸ ਘਰ ਦੀ ਪ੍ਰਾਪਤੀ ਵਾਸਤੇ ਹੀ ਸੰਸਾਰ 'ਚ ਆਏ ਹਾਂ। ਇੱਥੇ ਕੀ ਹੈ? ਪ੍ਰਕਾਸ਼। ਲਸ਼ਕਰੀਆਂ ਕਰ ਸੰਭਲਾ, ਆਏ ਬਜੋ ਲਖਾਏ। ਕਾਰ ਕਮਾਵੇ ਸਚ ਧਨੀ, ਲਾਹਾ ਪੱਲੇ ਪਾਏ। ਲੱਭ ਲੋਭ ਬੁਰਿਆਈਆਂ, ਛੋੜੈ ਮਨੋ ਬਿਸਾਰ। ਗੜ ਦੋਹੀ ਪਾਤਸ਼ਾਹ ਕੀ, ਕਦੇ ਨਾ ਆਵੇ ਹਾਰ। ਕਹਿੰਦੇ ਬਸ ਕੀ ਛੱਡਣਾ ਹੈ? ਲਾਲਚ, ਬੁਰਿਆਈਆਂ ਨੂੰ ਤਿਆਗ ਦੇਈਏ, ਫਿਰ ਕਦੇ ਵੀ ਸਾਨੂੰ ਹਾਰ ਨਹੀਂ ਆਉਂਦੀ। ਫਿਰ ਉਹ ਘਰ ਸਾਨੂੰ ਪ੍ਰਾਪਤ ਹੋ ਜਾਂਦਾ ਜਿੱਥੇ ਸਦਾ ਹੀ ਚਾਨਣਾ ਹੈ, ਜਿੱਥੇ ਫਿਰ ਅਗਿਆਨਤਾ ਖਤਮ ਹੋ ਜਾਂਦੀ ਹੈ। ਸੋ ਇਸ ਘਰ ਦੇ ਵਿੱਚ ਦੂਜੇ ਪਾਸੇ ਮਾਇਆ ਦਾ ਘਰ ਹੈ। ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ। ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ। ਉੱਠ ਚੱਲੇ ਹੰਸ ਚੱਲੇ ਉੱਠ ਡੂਮਨੋ, ਮਾਇਆ ਭੂਲੀ ਆਥ। ਕਹਿੰਦੇ ਜਦੋਂ ਮਨ ਉੱਡ ਕੇ ਇੱਥੋਂ ਜਾਂਦਾ ਹੈ ਛੱਡ ਕੇ, ਮਾਇਆ ਇੱਥੇ ਰਹਿ ਜਾਂਦੀ ਹੈ। ਮਨ ਝੂਠਾ ਜਮ ਜੋਇਆ, ਅਵਗੁਣ ਚੱਲੇ ਨਾਲ। ਕਹਿੰਦੇ ਫਿਰ ਮਨ ਨੂੰ ਝੂਠੇ ਨੂੰ ਜੋਇਆ ਜਾਂਦਾ, ਸਜ਼ਾ ਮਿਲਦੀ, ਕਿਉਂਕਿ ਅਵਗੁਣ ਨਾਲ ਜਾਂਦੇ ਨੇ। ਇਹ ਸੰਸਾਰ ਇੱਥੇ ਰਹਿ ਜਾਂਦਾ ਜਿਨ੍ਹਾਂ ਵਾਸਤੇ ਅਸੀਂ ਅਵਗੁਣ ਕਰਕੇ ਇਸ ਮਾਇਆ ਨੂੰ ਇਕੱਠੀ ਕਰਦੇ ਹਾਂ। ਉਹ ਔਗੁਣਾਂ ਦੀਆਂ ਪੰਡਾਂ ਨਾਲ ਜਾਂਦੀਆਂ ਨੇ। ਮਨ ਮੈਂ ਮਨ ਉਲਟੋ ਮਰੈ, ਜੇ ਗੁਣ ਹੋਵੇ ਨਾਲ। ਪਰ ਕਹਿੰਦੇ ਜੇ ਗੁਣ ਹੋ ਜਾਣ ਫਿਰ ਮਨ ਉਲਟਾ ਮਨ ਮਰ ਜਾਂਦਾ ਹੈ। ਜਦੋਂ ਮਨ ਮਰ ਗਿਆ, ਤਨ ਦੇ ਰਹਿੰਦੇ ਮਨ ਮਰ ਗਿਆ, ਫਿਰ ਸਾਨੂੰ ਉਹ ਘਰ ਦੀ ਪ੍ਰਾਪਤੀ ਹੁੰਦੀ ਹੈ। ਮਨ ਝੂਠਾ ਜਮ ਕੋ ਹੋਇਆ, ਅਵਗੁਣ ਚੱਲੇ ਨਾਲ। ਇਸ ਤਰੀਕੇ ਨਾਲ ਸਮਝਾਇਆ ਹੈ ਕਿ ਸਾਡੇ ਘਰ ਦੇ ਵਿੱਚ ਜਾਣ ਦੇ ਵਾਸਤੇ ਸਾਨੂੰ ਸੋਝੀ ਲੈਣੀ ਪੈਂਦੀ ਹੈ। ਤੇ ਇਹ ਘਰ ਛੱਡਾਂਗੇ, ਉਸ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ। ਤੇ ਫਿਰ ਸਾਡਾ ਇਹ ਜਿਹੜਾ ਜੀਵਨ ਹੈ ਸਫਲ ਹੁੰਦਾ ਹੈ। ਇਸ ਕਰਕੇ ਸਮਝਾਇਆ ਹੈ ਕਿ ਸਾਨੂੰ ਕਰਮ ਸਿੱਖਣੇ ਪੈਂਦੇ ਨੇ ਕਿ ਕਿਹੜੇ ਕਰਮ ਕਰੀਏ ਅਸੀਂ ਕਿ ਪ੍ਰਭੂ ਨੂੰ ਪਿਆਰੇ ਹੋ ਜਾਈਏ। ਪ੍ਰਭੂ ਨੂੰ ਪਿਆਰੇ ਹੋਣ ਦਾ ਮਤਲਬ ਕੁਛ ਆਪਾਂ ਕਹਿ ਦਿੰਦੇ ਕਿ ਜਦੋਂ ਜੀਵ ਨੂੰ ਮੌਤ ਆ ਜਾਂਦੀ ਕਿ ਇਹ ਪ੍ਰਭੂ ਨੂੰ ਪਿਆਰਾ। ਇੱਥੇ ਕੋਈ ਸਰੀਰਕ ਮੌਤ ਦੀ ਗੱਲ ਨਹੀਂ। ਇੱਥੇ ਮਨ ਨੇ ਪਰਮੇਸ਼ਰ ਦੇ ਨਾਲ ਤਨ ਦੇ ਵਿੱਚ ਰਹਿੰਦੇ ਹੀ ਪ੍ਰੇਮ ਪਾਉਣਾ ਹੈ। ਪਰਮੇਸ਼ਰ ਨੂੰ ਪ੍ਰੇਮ ਪਾਉਣਾ ਹੈ। ਤੇ ਮਹਾਰਾਜ ਸਮਝਾਉਂਦੇ ਨੇ ਕਿ ਕਿਵੇਂ ਪ੍ਰੇਮ ਪੈਂਦਾ ਹੈ, ਕਿਹੜਾ ਉਸ ਨੂੰ ਪਾਉਂਦਾ ਹੈ, ਕਿਵੇਂ ਚੱਲਣਾ ਪੈਂਦਾ ਹੈ ਕਿ ਅਸੀਂ ਪਰਮੇਸ਼ਰ ਨੂੰ ਪਿਆਰੇ ਹੋ ਜਾਈਏ। ਕਿਹੜੀ ਖੇਲ ਖੇਲੀਏ ਕਿ ਪ੍ਰਭੂ ਨੂੰ ਸਾਡੀ ਖੇਲ ਪਿਆਰੀ ਲੱਗੇ। ਮਹਾਰਾਜ ਸਮਝਾਉਂਦੇ ਨੇ ਕਿ ਕਰਮ ਵੀ ਕਰਨਾ ਹੈ, ਧਰਮ ਵੀ ਕਰਨਾ ਹੈ। ਤੇ ਇੱਕ ਚੌਪੜ ਦੀ ਬਾਜੀ ਖੇਲਣੀ ਹੈ ਆਪਾਂ ਨੇ, ਤੇ ਨਾਲ ਸੱਚ ਨੂੰ ਵੀ ਦੇਖਣਾ ਹੈ। ਕਿਉਂਕਿ ਕਰਮ ਤੇ ਧਰਮ ਸੰਸਾਰ ਤੱਕ ਨੇ, ਅੱਗੇ ਕਰਮ ਧਰਮ ਨਹੀਂ ਜਾਂਦਾ। ਪਰ ਇਹ ਕਰਮ ਧਰਮ ਸਾਨੂੰ ਕਰਨਾ ਪੈਣਾ ਹੈ ਕਿਉਂਕਿ ਸਾਡੇ ਕੋਲ ਤਨ ਹੈ। ਤਨ ਕਰਕੇ ਕਰਮ ਧਰਮ ਕਰਨਾ ਪੈਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਕਰਮ ਵੀ ਕਰੋ, ਧਰਮ ਵੀ ਕਰੋ, ਤੇ ਨਾਲ ਸੱਚ ਨੂੰ ਦੇਖੋ। ਤੇ ਫਿਰ ਇਹਨਾਂ ਜਿਹੜੇ ਸਾਡੇ ਅੰਦਰ ਵਸਦੇ ਨੇ ਇਹਨਾਂ ਨੂੰ ਜਿੱਤ ਲਓ। ਫਿਰ ਪ੍ਰਭੂ ਨੂੰ ਇਹ ਖੇਲ ਪਿਆਰੀ ਲੱਗਦੀ ਹੈ।
कर्म धर्म तुम चौपड़ साजो, सत करो तुम सारी। काम क्रोध लोभ मोह जीतो, ऐसी खेल हर प्यारी। कहते फिर प्यारी लगती है, फिर असी उसनूं पाउंदे हां। ते जदों पा जांदे हां ते फिर परमेश्वर सानूं अपना बना लैंदा है। ये सारा शिंगार किहड़ा है? शब्द दा। शब्द सवारी साच प्यारी, साई सुहागण ठाकुर तारी। गुर दी विचार द्वारा मन दी अगन खत्म होंदी। गुर विचारी अगन निवारी, शब्द सवारी साच प्यारी, साई सुहागण ठाकुर तारी। कहते वही सुहागण उसनूं बना लैंदा अपनी। नहीं तो कहते समझाउंदे ने, डोलत डोलत हे सखी फाटे चीर शिगार। कहते नहीं तो फिर डोलदा है मन, फिर तो यह शिगार भी साडा खत्म हो जाता है। बन तन डोलत डोलत हे सखी फाटे चीर शिगार। डोलत डोलत हे सखी फाटे चीर शिगार, दर्पण तन सुख नहीं बिन डर बिन ठी डार। डर पमूई कर अपने डिठी कंत सुजान, डर रख्या गुर अपने निरपो नाम बखान। डूगर वास तिखा कणी जब देखा नहीं दूर, शब्द निवारी तिखा मन तिखा निवारी शब्द मन अमृत पिया भरपूर। दे दे आखै सब कोई जय देवे जय पावे ता दे, गुरु द्वारे देव सी तिखा निवारै सोए। भी जदों फिर मालिक कृपा करता है, फिर उसका वो परमेश्वर का डर अंदर रखता है। डर रख्या गुर अपने निरपौ नाम बखान। फिर कहते डूगर वास तिखा कणी जब देखा नहीं तू। जदों फिर साडे अंदर तृष्णा पैदा हो जाती प्रभु के दर्शनों की, फिर जिथे भी देखते हाँ हर थां है, हर थां अमृत वसदा है बरसदा है, हर थां प्रभु का बसा है। उत्थे मन की तृष्णा खत्म हो जाती। तिखा निवारी शब्द मन, गुर दे शब्द नूं मन के तिखा खत्म हो जाती है, तो अमृत प्राप्त होता है। अमृत पिया भरपूर। हुण सारे कहते भी सानू दे, पर देंदा किवें है? गुरु दे द्वारा। दे दे आखै सब कोई जय पावे ता दे, गुरु द्वारे देव सी तिखा निवारै सोए। ये तो सानू समझाया है। खसम नू पहचानना है, खसम पछाणे अपना खुले बंद न पाए। शब्द महली खरा तू खिमा सच सुख पाए। गुर दे शब्द द्वारा इस महल दे विच खरा हो जाता है। खिमा गही सच संचियो खायो अमृत नाम, खरी कृपा ठाकुर पई आनंद सुख विश्राम। कहते फिर प्रभु कृपा करता है, मन आनंद में चले जाता, सुखा में चले जाता है। सो इस तरीके नाल सानू गुरबाणी दे विच बहुत सारी, क्योंकि बाणी सारी चलती इत्थे है कि किमें आपां परमेश्वर नूं पाउणा है। किसने पाउणा है? मन ने, सुरती ने। सुरती ते शब्द दा मिलाप है, ते भवसागर तो पार होना है। बहुत सारी बाणी है, लेकिन आपां क्यों ये विचार करते हाँ बार बार? ताकि सानू यकीन आ जाए, क्योंकि विश्वास आ गया पाउणा औखा नहीं है, विश्वास करना औखा है। जदों विश्वास आ गया तत् ही प्रगट हो जाता है। जाके हृदय विश्वास प्रभ आया, तत् ज्ञान तिस मन प्रगटाया। पैते निरपो होए बसाना, जिसते उपजया तिस माहे समाना। जिस तो उपजे उहदे च समा जाता है। गल है विश्वास की।
ਜੇ ਵਿਸ਼ਵਾਸ ਨਹੀਂ ਤੇ ਆਪਾਂ ਚਾਹੇ ਜਿੰਨਾ ਮਰਜ਼ੀ ਆ ਜਾਈਏ, ਜੇ ਸਤਿਗੁਰ ਨੂੰ ਅਸੀਂ ਮੰਨਦੇ ਨਹੀਂ, ਸਤਿਗੁਰ ਦੀ ਬਾਣੀ ਨੂੰ ਮੰਨਦੇ ਨਹੀਂ, ਫਿਰ ਜਿੰਨਾ ਮਰਜ਼ੀ ਆਈ ਜਾਈਏ ਕੁਛ ਵੀ ਪ੍ਰਾਪਤ ਨਹੀਂ ਹੋਏਗਾ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਹਰ ਤਿਨ ਕਾ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਹੜਾ ਸਤਿਗੁਰ ਦੀ ਆਗਿਆ ਨੂੰ ਸੱਚ ਕਰਕੇ ਮੰਨਦਾ ਹੈ, ਉਸ ਦਾ ਹੀ ਗਾਵਿਆ ਸੁਣਿਆ ਆਇਆ ਸਭ ਥਾਂ ਪੈਂਦਾ ਹੈ। ਨਹੀਂ ਤਾਂ ਜਿੰਨਾ ਮਰਜ਼ੀ ਆ ਜਾਈਏ ਕੁਛ ਵੀ ਪ੍ਰਾਪਤੀ ਨਹੀਂ ਹੋਏਗੀ। ਇਸ ਕਰਕੇ ਗੱਲ ਹੈ ਵਿਸ਼ਵਾਸ ਦੀ, ਗੱਲ ਹੈ ਮੰਨਣ ਦੀ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਬਸ। ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਇੱਕ ਹੀ ਸਿੱਖ ਸੁਣਨੀ ਹੈ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ। ਇੱਕ ਨੂੰ ਹੀ ਸਿਮਰਨਾ ਹੈ, ਇੱਕ ਨੂੰ ਹੀ ਜਪਣਾ ਹੈ, ਇੱਕ ਦੀ ਹੀ ਸਿਫਤ ਸਲਾਹ ਕਰਨੀ ਹੈ, ਦੂਜੇ ਦੀ ਨਹੀਂ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ। ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭ ਵਿਆਪ। ਸਾਰੇ ਪਾਸੇ ਪੂਰਿਆ ਹੈ। ਅਨੇਕ ਵਿਸਥਾਰ ਏਕ ਤੇ ਪਏ। ਜਿਹੜਾ ਵਿਸਥਾਰਾ ਸਾਰਾ ਕਿੱਥੋਂ? ਇੱਕ ਤੋਂ ਹੋਇਆ ਹੈ। ਏਕ ਅਰਾਧ ਪ੍ਰਸਤ ਗਏ। ਇੱਕ ਨੂੰ ਆਰਾਧਨ ਦੇ ਨਾਲ ਹੀ ਸਾਡੇ ਪਾਪ ਖਤਮ ਹੋਣੇ ਨੇ। ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਤੇ ਗੁਰ ਦੀ ਕਿਰਪਾ ਨਾਲ ਇਸ ਨੂੰ ਜਾਣਿਆ ਜਾਂਦਾ ਹੈ, ਮਨ ਰਤਿਆ ਜਾਂਦਾ, ਇੱਕ ਦੀ ਸਿਫਤ ਸਲਾਹ ਕਰਦਾ ਹੈ, ਇੱਕ ਦੇ ਗੁਣ ਗਾਉਂਦਾ ਹੈ। ਤੇ ਭਗਤ ਵੀ ਗੁਰਬਾਣੀ ਉਸੇ ਨੂੰ ਕਹਿੰਦੀ ਹੈ ਜਿਸ ਦੇ ਮਨ ਦੇ ਵਿੱਚ ਦੂਜਾ ਨਾ ਹੋਵੇ, ਇੱਕ ਹੀ ਹੋਵੇ। ਭਗਤ ਭਗਤ ਸੁਣੀਐ ਤੇ ਲੋਏ, ਜਾ ਕੈ ਹਿਰਦਾ ਏਕੋ ਹੋਏ। ਕਹਿੰਦੇ ਜਿਹਦੇ ਹਿਰਦੇ 'ਚ ਇੱਕ ਹੋਵੇ ਉਹੀ ਭਗਤ ਹੈ। ਤੇ ਉਸ ਦੀ ਕਰਨੀ ਕੈਸੀ ਹੈ? ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦਾ ਸੱਚ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਾਣਾ ਸੱਚ ਸਮਾਤਾ। ਜਿਹਨੇ ਸੱਚ ਕਰਕੇ ਜਾਣ ਲਿਆ, ਸੱਚ ਦੇ ਸਮਾ ਜਾਂਦਾ ਹੈ, ਉਹੀ ਫਿਰ ਭਗਤ ਹੈ, ਉਹੀ ਸੱਚਾ ਹੈ। ਤੇ ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ, ਉਸੇ ਦੀ ਵਡਿਆਈ ਹੁੰਦੀ ਹੈ ਤੇ ਉਸੇ ਦੇ ਗਿਆਨ ਦੁਆਰਾ ਸੰਸਾਰ ਦੇ ਵਿੱਚੋਂ ਉਦਾਰ ਹੁੰਦਾ ਹੈ। ਪਰ ਐਸੇ ਜੀਵ ਨੇ ਜਿਹੜੇ ਪ੍ਰਭੂ ਦੇ ਹੁਕਮ ਦੇ ਵਿੱਚ ਚੱਲਦੇ ਨੇ, ਆਪਣੀ ਮੱਤ ਨਾਲ ਨਹੀਂ ਚੱਲਦੇ। ਆਪਾਂ ਪੜ੍ਹਦੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਤਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕੈ ਸ਼ਬਦ ਜਪ ਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ। ਉਹਨਾਂ ਦੀ ਸੰਗਤ ਸੇਵਾ ਕੌਣ ਲੱਗਦਾ? ਜਿਸ ਨੂੰ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਬੜ ਭਾਗੀ ਬਣਾ ਦਿੰਦਾ ਹੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ। ਕਹਿੰਦੇ ਜਿਨ੍ਹਾਂ ਦੇ ਮਨ ਨੇ ਨਾਮ ਨੂੰ ਜਪ ਕੇ ਵਿਸ਼ਰਾਮ, ਮਨ ਵਿੱਚ ਨਾਮ ਦਾ ਵਿਸ਼ਰਾਮ ਹੋ ਗਿਆ, ਐਸੇ ਜੀਵਾਂ ਨੂੰ ਉੱਤਮ ਕਰਕੇ ਮੰਨੋ। ਤੇ ਉਹ ਕੀ ਕਰਦੇ ਨੇ? ਉਹ ਫਿਰ ਪ੍ਰਭੂ ਦੇ ਪਾਣੇ ਚੱਲਦੇ ਨੇ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਕਹਿੰਦੇ ਸਦਾ ਹਰੀ ਉਹਨਾਂ ਦਾ ਸੰਗੀ ਹੋ ਜਾਂਦਾ ਹੈ, ਫਿਰ ਉਹਦੇ ਪਾਣੇ ਚੱਲਦੇ। ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੈ ਹਰ ਸੰਗ। ਤੇ ਉਸ ਪ੍ਰਭੂ ਦੇ ਸੰਗੀ ਹੋ ਜਾਂਦੇ ਨੇ, ਫਿਰ ਜਿਵੇਂ ਜਿਵੇਂ ਚਲਾਉਂਦਾ ਹੈ ਉਵੇਂ ਚੱਲਦੇ ਹਨ। ਸੋ ਇਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਬਹੁਤ ਸਾਰਾ ਸਾਨੂੰ ਸਮਝਾਇਆ ਹੈ, ਕਿਉਂਕਿ
ਸੁਖਮਨੀ ਸਾਹਿਬ ਦੀ ਬਾਣੀ 24 ਸ਼ਲੋਕ ਨੇ। 24 ਸ਼ਲੋਕਾਂ ਦੇ ਵਿੱਚ ਅਸ਼ਟਪਦੀਆਂ ਨੇ, 8-8 ਅਸ਼ਟਪਦੀਆਂ ਨੇ। ਹਰ ਸ਼ਲੋਕ ਦੇ ਨਾਲ ਇੰਨਾ ਤਰਤੀਬ ਦਾ ਗਿਆਨ ਸਾਨੂੰ ਦਿੱਤਾ ਹੈ ਕਿ ਉਤਸ ਆਦ ਸੱਚ ਜੁਗਾਦ ਆਦ ਗੁਰੇ ਨਾਮੈ, ਜੁਗਾਦ ਗੁਰੇ ਨਾਮੈ, ਸਤਿਗੁਰੇ ਨਾਮੈ, ਸ੍ਰੀ ਗੁਰਦੇਵ ਇਹ ਨਮੈ ਤੋਂ ਸ਼ੁਰੂ ਹੋ ਕੇ ਕਿੱਥੇ ਚਲੇ ਜਾਂਦਾ ਹੈ? ਪੂਰਾ ਪਰਵ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਤਰਤੀ ਵਾਰ ਗੁਰਬਾਣੀ 'ਚ ਗਿਆਨ ਦਿੱਤਾ ਹੈ। ਪਰ ਜੇ ਆਪਾਂ ਵਿਚਾਰਾਂਗੇ ਬਹੁਤ ਲੰਮਾ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸੌਖਾ ਸਮਝ ਸਕੀਏ, ਗੁਰਬਾਣੀ ਨੂੰ ਸੌਖਾ ਸਰਲ ਸਮਝ ਸਕੀਏ, ਅਤੇ ਉਸ ਗੁਰਬਾਣੀ ਨੂੰ ਜੋ ਆਪਾਂ ਰੋਜ਼ ਦੇ ਪੜ੍ਹਨ ਵਾਲੇ ਹਾਂ ਉਸ ਨੂੰ ਜਾਣ ਸਕੀਏ। ਇਸ ਕਰਕੇ ਉਹ ਸਾਰੀ ਬਾਣੀ ਕਿੱਥੇ ਦੀ ਗੱਲ ਕਰਦੀ ਹੈ? ਇਸ ਕਰਦੀ ਇਹ ਕਿਸ ਦਾ ਸਾਜਿਆ ਹੋਇਆ ਹੈ? ਆ ਪਰਮੇਸ਼ਰ ਦਾ। ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ। ਹਰ ਮੰਦਰ ਕੀ ਹੈ? ਜਿਸ ਨੂੰ ਜਨਾ ਦਿੰਦਾ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਸੋ ਆਪ ਨਾਲ ਵਸਦਾ ਹੈ, ਤੇ ਇਸ ਦੇ ਵਿੱਚ ਹੀ ਸਾਰਾ ਖਜ਼ਾਨਾ ਰੱਖਿਆ। ਇਸ ਦੇ ਵਿੱਚ ਸ਼ਬਦ ਦਾ ਗਿਆਨ ਰੱਖਿਆ ਹੈ, ਤੇ ਸਭ ਕੁਛ ਹੀ ਇਸ ਦੇ ਵਿੱਚ ਮਾਲਕ ਨੇ ਪਾਇਆ ਹੈ। ਸੋ ਆਓ, ਕਿਵੇਂ ਆਪਾਂ ਇਸ ਘਰ ਵਿੱਚ ਜਾਣਾ ਹੈ, ਕਿਵੇਂ ਤ੍ਰੈ ਗੁਣਾਂ ਨੂੰ ਛੱਡਣਾ ਹੈ। ਤ੍ਰੈ ਗੁਣ ਮੇਟੈ, ਚੌਥਾ ਵਰਤੈ, ਇਹ ਭਗਤ ਨਿਰਾਰੀ। ਤ੍ਰੈ ਗੁਣ ਛੱਡਾਂਗੇ, ਚੌਥੇ 'ਚ ਜਾਵਾਂਗੇ। ਇੱਥੇ ਚੌਥਾ ਪਦ ਹੈ ਤੇ ਇਹ ਤ੍ਰੈ ਗੁਣ ਨੇ। ਇੱਥੇ ਇਸ ਘਰ ਵਿੱਚ ਜਾ ਕੇ ਇਸ ਹੱਟ 'ਚੋਂ ਸੌਦਾ ਕਿਹੜਾ ਮਿਲਦਾ ਹੈ? ਨਾਮ ਦਾ। ਇਹਨਾਂ ਹੱਟਾਂ ਤੋਂ ਕੂੜ ਦਾ ਸੌਦਾ ਮਿਲਦਾ ਹੈ। 3 ਹੱਟ ਨੇ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਪੰਜਾਰਿਆ। ਸੱਚ ਵੱਖਰ ਜੀ ਨਹੀਂ ਲੱਦਿਆ, ਸੇ ਸਚੜੇ ਪਾਸਾ। ਇੱਥੇ ਜਾਣ ਵਾਸਤੇ ਇੱਕ ਹੀ ਗਿਆਨ ਹੈ, ਇੱਕ ਹੀ ਬਾਣੀ ਹੈ, ਇੱਕ ਹੀ ਗੁਰ ਹੈ, ਜਿੱਥੋਂ ਇਹ ਸੱਚਾ ਸੌਦਾ ਮਿਲਣਾ ਹੈ। ਇਹ ਮਹਾਰਾਜ ਸਮਝਾਉਂਦੇ ਨੇ, ਏਕਾ ਬਾਣੀ ਇੱਕ ਗੁਰ, ਏਕੋ ਸ਼ਬਦ ਵਿਚਾਰ। ਸੱਚਾ ਸੌਦਾ ਸੱਚ ਹੱਟ, ਰਤਨੀ ਭਰੇ ਭੰਡਾਰ। ਕਹਿੰਦੇ ਇੱਥੋਂ ਸੱਚਾ ਸੌਦਾ, ਸੱਚੀ ਹੱਟ ਹੈ। ਇਹ ਕੂੜ ਦੀਆਂ ਹੱਟਾਂ ਨੇ ਇੱਧਰ, ਇਹ ਸੱਚੀ ਹੱਟ ਹੈ। ਇੱਥੇ ਰਤਨਾਂ ਦਾ ਭੰਡਾਰ ਭਰਿਆ ਪਿਆ ਹੈ। ਗੁਰ ਕਿਰਪਾ ਤੇ ਪਾਈ ਹੈ, ਜੇ ਦੇਵੈ ਦੇਵਨਹਾਰ। ਦੇਣਾ ਕਿਸ ਨੇ? ਮਾਲਕ ਨੇ, ਪਰ ਗੁਰ ਦੀ ਕਿਰਪਾ ਨਾਲ। ਜੇ ਗੁਰ ਦੇ ਗਿਆਨ ਦੁਆਰਾ ਇੱਥੇ ਜਾਵਾਂਗੇ, ਬਖਸ਼ਿਸ਼ ਕਰਦਾ ਹੈ। ਸੱਚਾ ਸੌਦਾ ਲਾਭ ਸਦਾ, ਖੱਟਿਆ ਨਾਮ ਆਪਾਰ। ਕਹਿੰਦੇ ਕਿਹੜਾ ਲਾਭ ਸੌਦਾ, ਕਿਹੜੇ ਸੌਦੇ ਦਾ ਲਾਭ ਹੈ ਸਾਨੂੰ? ਸੱਚੇ ਸੌਦੇ ਦਾ। ਸੱਚਾ ਸੌਦਾ ਨਾਮ, ਖੱਟਿਆ ਨਾਮ ਆਪਾਰ। ਵਿਖ ਵਿੱਚ ਅੰਮ੍ਰਿਤ ਪ੍ਰਗਟਿਆ। ਇਹ ਜਿਹੜਾ ਸੰਸਾਰ ਵਿਖ ਹੈ, ਇੱਥੇ ਅੰਮ੍ਰਿਤ ਪ੍ਰਗਟ ਹੋ ਜਾਣਾ, ਕਿਉਂਕਿ ਇੱਥੇ ਪਰਮੇਸ਼ਰ ਨੇ ਪ੍ਰਗਟ ਹੋ ਜਾਣਾ ਹੈ। ਕਰਮ ਪਿਆਵਨਹਾਰ, ਪਰ ਕਰਮ ਕਰਨਾ ਪੈਂਦਾ ਹੈ। ਇੱਥੇ ਹੀ ਅਸੀਂ ਸੱਚਾ ਸ਼ਬਦ ਸਲਾਹੀ ਹੈ, ਧਨ ਸਵਾਰਨਹਾਰ। ਕਹਿੰਦੇ ਜਿਨ੍ਹਾਂ ਨੂੰ ਫਿਰ ਗਿਆਨ ਹੋ ਗਿਆ, ਉਹ ਕਿਸ ਦੀ ਸਿਫਤ ਸਲਾਹ ਕਰਦੇ ਨੇ? ਸੱਚੇ ਸ਼ਬਦ ਦੀ, ਇੱਕ ਸ਼ਬਦ ਦੀ, ਇੱਕ ਬਾਣੀ। ਓੰਕਾਰ ਏਕ ਧੁਨ ਏਕੋ, ਏਕੋ ਰਾਗ ਆਲਾਪੈ। ਓੰਕਾਰ ਜਿਹੜਾ ਇੱਕ ਹੀ ਧੁਨ ਹੈ, ਓੰਕਾਰ ਦੀ। ਇਹ ਓੰਕਾਰ ਜਿਹੜਾ ਹੈ ਅੱਜ ਤੋਂ ਨਹੀਂ ਹੈ, ਅਨਾਦ ਤੋਂ ਹੈ। ਓੰਕਾਰ ਆਦ ਕਥਨੀ ਅਨਾਦ, ਖਲਖੰਡ ਖਿਆਲ ਗੁਰ ਬਰ ਅਕਾਲ। ਇਹ ਕਿਸ ਦਾ ਬਰ ਹੈ? ਅਕਾਲ ਦਾ, ਗੁਰ। ਇੱਕ ਖਿਣ ਖਿਆਲ ਕਰਨ ਦੇ ਨਾਲ ਹੀ ਸਾਡੇ ਮਨ ਦੇ ਪਾਪਾਂ ਦਾ ਖੰਡਨ ਕਰ ਦਿੰਦਾ ਹੈ। ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ। ਘਰ ਘਰ 'ਚ ਹੀ ਪਰਮੇਸ਼ਰ ਨੂੰ ਪ੍ਰਣਾਮ। ਸਾਡਾ ਚਿੱਤ ਕਿਹਦੇ ਚਰਨਾਂ ਜੁੜ ਜਾਏਗਾ? ਪਰਮੇਸ਼ਰ ਦੇ। ਇਹ ਆਦਿ ਤੋਂ ਹੈ ਓੰਕਾਰ।
ਇਹ ਪਰ ਸਮਝਾਉਂਦੇ ਨੇ, ਓੰਕਾਰ ਏਕ ਧੁਨ ਏਕੋ, ਏਕੋ ਰਾਗ ਆਲਾਪੈ। ਏਕਾ ਦੇਸੀ ਏਕ ਦਿਖਾਵੈ, ਏਕੋ ਰਹਾ ਵਿਆਪੈ। ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ। ਇੱਕ ਗੁਰ ਹੈ, ਇੱਕ ਸੇਵਾ ਹੈ, ਤੇ ਇੱਕ ਹੀ ਓੰਕਾਰ ਦਾ ਰਾਗ ਅਲਾਪਣਾ ਹੈ। ਓੰਕਾਰ ਕੀ ਹੈ? ਇਹ ਮੁਖ ਹੈ ਊੜਾ, ਇੱਥੋਂ ਜਿਹੜਾ ਓੰਕਾਰ ਚੱਲਦੀ ਹੈ। ਊੜਾ ਕੀ ਹੈ? ਸਾਡੇ ਮੁਖ ਦਾ ਨਕਸ਼ਾ ਹੈ। ਇੱਕ ਪੁਆਇੰਟ ਜਿੱਥੋਂ ਆਪਾਂ ਸਵਾਸ ਲੈਂਦੇ, ਇੱਕ ਜਿੱਥੋਂ ਬੋਲਦੇ ਹਾਂ, ਉੱਤੇ ਸਾਡੀ ਦ੍ਰਿਸ਼ਟੀ ਹੈ। ਜਿਹੜਾ ਪੌਣ 'ਚ ਮਨ ਮਿਲਿਆ ਹੈ, ਪੌਣ ਤੋਂ ਲਿਵ ਨਹੀਂ, ਪੌਣ ਤੋਂ ਵੱਖ ਨਹੀਂ ਹੋਇਆ। ਆਪਣਾ ਧਿਆਨ ਕਿੱਥੇ ਮਿਲਿਆ ਹੈ? ਪੌਣ 'ਚ। ਪੌਣ ਨਾਲ ਮਿਲ ਕੇ ਪਰਮੇਸ਼ਰ ਨੂੰ ਭੁੱਲਿਆ ਹੈ। ਜਦੋਂ ਅਸੀਂ ਇਹ ਲਾਉਂਦੇ ਹਾਂ ਧਿਆਨ ਓੰਕਾਰ ਦਾ, ਕੀ ਹੁੰਦਾ ਹੈ ਕਿ ਜਿਹੜਾ ਊੜੇ ਦਾ ਮੂੰਹ ਖੁੱਲ੍ਹ ਜਾਂਦਾ ਹੈ, ਸਾਡਾ ਧਿਆਨ ਸਿੱਧਾ ਕਿਸ ਨਾਲ ਜੁੜ ਜਾਂਦਾ? ਨਿਰੰਕਾਰ ਦੇ ਨਾਲ। ਜਿਹੜਾ ਮਨ ਇੱਥੇ ਜੁੜਿਆ ਸੀ, ਭਰਮ ਦਾ ਪਰਦਾ ਆਇਆ ਸੀ, ਉਹ ਦੂਰ ਹੋ ਜਾਂਦਾ, ਸਿੱਧਾ ਨਿਰੰਕਾਰ ਨਾਲ ਜੁੜ ਜਾਂਦਾ ਹੈ। ਕਿਉਂਕਿ ਅੱਖਾਂ ਦਾ ਕੰਮ ਪਾਉਣ ਨਾਲ ਨਹੀਂ ਹੈ, ਪਾਉਣ ਇੱਥੋਂ ਅੰਦਰ ਜਾਂਦੀ ਹੈ। ਮਨ ਦਾ ਜਿਹੜਾ ਹੈ, ਮਨ ਨਾਮ ਦੇ ਨਾਲ ਹੈ। ਮਨ ਆਕਾਸ਼ ਤੱਤ ਹੈ, ਅੱਖਾਂ ਦੇ ਵਿੱਚ ਆਕਾਸ਼ ਤੱਤ ਹੈ। 5 ਤੱਤਾਂ ਦਾ ਸਰੀਰ ਹੈ। ਇੱਥੋਂ ਪੌਣ ਤੱਤ ਹੈ, ਪਾਣੀ ਤੱਤ, ਅਗਨ ਤੱਤ। ਸਰੀਰ ਮਿੱਟੀ ਤੱਤ ਹੈ, ਲੇਕਿਨ ਇਸ ਦੇ ਵਿੱਚ ਜਿਹੜੇ ਸਾਡੇ ਨੇਤਰ ਨੇ, ਜਿਹੜੀ ਜੋਤ ਹੈ, ਆਕਾਸ਼ ਤੱਤ ਹੈ। ਫਿਰ ਸਾਡਾ ਸਿੱਧਾ ਧਿਆਨ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਇਹ 2 ਸੁਰਾਂ ਨੇ, ਈੜਾ ਪਿੰਗਲਾ ਤੇ ਤੀਜੀ ਸੁਖਮਨਾ ਹੈ। ਸੁਖਮਨਾ ਕਦੋਂ ਸਾਨੂੰ ਗਿਆਨ ਹੁੰਦਾ? ਜਦੋਂ ਪਰਮੇਸ਼ਰ ਆਪਾ ਗਿਆਨ ਕਰਵਾ ਦਿੰਦਾ ਹੈ। ਫਿਰ ਇਸ ਤੋਂ ਉੱਪਰ ਕੀ ਹੈ? ਆਪ ਹੈ। ਸੁਖਮਨਾ ਈੜਾ ਪਿੰਗਲਾ ਬੁਝੈ, ਜਾਂ ਆਪੇ ਅਲਖ ਲਖਾਏ। ਨਾਨਕ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਸੋ ਇਸ ਤਰੀਕੇ ਨਾਲ ਇਹ ਮਿਲਾਪ ਦਾ ਰਸਤਾ ਹੈ। ਸੋ ਆਓ, ਕਿਵੇਂ ਆਪਾਂ ਕਰਨਾ ਹੈ, ਇਸ ਨੂੰ ਸਮਝੀਏ। ਗਿਆਨ ਦੇ ਵਿੱਚ ਬਹੁਤ ਜਿੰਨਾ ਮਰਜ਼ੀ ਆਪਾਂ ਵਿਚਾਰੀ ਜਾਈਏ, ਲੇਕਿਨ ਚੱਲਣ ਦੇ ਵਾਸਤੇ ਇੱਕ ਹੀ ਸਿੱਖ ਦੀ ਲੋੜ ਹੈ, ਇੱਕ ਹੀ ਗਿਆਨ ਦੀ ਲੋੜ ਹੈ, ਇੱਕ ਹੀ ਜੁਗਤੀ ਦੀ ਲੋੜ ਹੈ। ਇੱਕ ਅੱਖਰ ਹੀ ਬਹੁਤ ਹੈ। ਪ੍ਰਭੂ ਦੀ ਸ਼ਰਨ 'ਚ ਗਿਆ, ਇੱਕ ਅੱਖਰ। ਮੇਰੇ ਕਹਿੰਦੇ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵੇਦ ਪੁਰਾਨ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨ ਹੋਈ। ਏਕ ਅੱਖਰ ਜੇ ਗੁਰਮੁਖ ਜਾਪੈ, ਤਾਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ 4 ਵਰਨਾ ਕੋ ਸਾਂਝਾ। ਨਾਨਕ ਨਾਮ ਜਪੈ ਸੋ ਉਦਰੈ ਕਲ ਮੈਂ, ਘਟ ਘਟ ਨਾਨਕ ਮਾਝਾ। ਘਟ ਘਟ 'ਚ ਮਾਲਕ ਵਸਦਾ ਹੈ, ਪਰ ਉਦਰਨਾ ਕਿਸ ਨੇ ਹੈ? ਕਲ ਯੁਗ 'ਚ ਜਿਹੜਾ ਨਾਮ ਜਪੇਗਾ। ਇੱਕ ਹੀ ਅੱਖਰ ਦਾ ਗਿਆਨ ਹੈ। ਉਹ ਅੱਖਰ ਕਿਹੜਾ ਹੈ? ਈ ਵੜੀ। ਈ ਵੜੀ। ਈ ਵੜੀ ਦਾ ਮਤਲਬ ਇਸ ਤਰੀਕੇ ਨਾਲ ਅੰਦਰ ਜਾਣਾ, ਜਿੱਥੇ ਮਾਲਕ ਵਸਦਾ ਹੈ ਸਾਡੇ ਘਰ ਅੰਦਰ, ਜਿਹਨੂੰ ਆਪਾਂ ਕਹਿੰਦੇ ਅੰਦਰ ਰੱਬ ਵਸਦਾ। ਸਾਰੇ ਕਹਿੰਦੇ ਵੀ ਅੰਦਰ ਵਸਦਾ ਹੈ। ਕਿਸ ਦੇ ਅੰਦਰ? ਇਹ ਸਰੀਰ ਦੇ ਅੰਦਰ ਨਹੀਂ, ਕਿਉਂਕਿ ਸਰੀਰ ਜੂਨਾਂ 'ਚ ਕਦੇ ਪਰਮੇਸ਼ਰ ਨਹੀਂ ਆਉਂਦਾ। ਹਿਰਦੇ ਵਿੱਚ ਤੂੰ ਹਿਰਦੈ ਵਸੈ, ਗੁਪਤ ਦਿਨ ਰਾਤੀ। ਹਿਰਦੇ ਦੇ ਵਿੱਚ ਗੁਪਤ ਵਸਦਾ ਹੈ। ਹਿਰਦਾ ਜਿੱਥੋਂ ਸਵਾਸ ਆਉਂਦਾ ਹੈ। ਇਸ ਕਰਕੇ ਅੰਦਰ ਜਾਣ ਦਾ ਤਰੀਕਾ ਕਿਹੜਾ ਹੈ? 2 ਨੇਤਰਾਂ ਨੂੰ ਇੱਕ ਕਰ ਲੈਣਾ, ਸਮ ਕਰ ਲੈਣਾ। ਜਿਵੇਂ ਈੜੀ ਅੱਖਰ ਹੈ, ਇੱਦਾਂ ਵੜਨਾ ਅੰਦਰ, ਤੇ ਇੱਥੇ ਵੜ ਕੇ ਫਿਰ ਕਿੱਥੇ ਚੱਲਣਾ ਹੈ? ਇੱਧਰ ਨੂੰ। ਈ ਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਕਹਿੰਦੇ ਜਦੋਂ ਇੱਧਰ ਤਰੀਕੇ ਨਾਲ ਅੰਦਰ ਵੜ ਜਾਵਾਂਗੇ, ਫਿਰ ਆਪ ਹੀ ਹੈ ਮਾਲਕ। ਆਦਿ ਤੋਂ ਜਿਹੜਾ ਹੈ, ਜੋ ਸੱਚਾ ਹੈ। ਇਹਨਾਂ ਅੱਖਰਾਂ ਮੇਂ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨਾ ਹੋਈ। ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਚੌਥਾ ਪਦ ਸੱਸਾ ਅੱਖਰ, ਜਿਹਨੂੰ ਆਪਾਂ ਵਰਤਦੇ ਹਾਂ। ਚੌਥਾ ਅੱਖਰ ਕੀ ਹੈ? ਸੱਸਾ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਾ करे सेवत रहे चित जिनका लागा, आया तिनका सफल भया।
ਆਇਆ ਕਿਹਨਾਂ ਦਾ ਸਫਲ ਹੈ? ਜਿਨ੍ਹਾਂ ਦਾ ਚਿੱਤ ਜੁੜ ਜਾਂਦਾ ਹੈ। ਊੜਾ ਉਪਮਾ ਤਾ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਸੇਵਾ ਕਰੈ ਸਈ ਫਲ ਪਾਵੈ, ਜਿਨੀ ਸੱਚ ਕਮਾਇਆ। ਕਹਿੰਦੇ ਉਹੀ ਫਲ ਪਾਉਂਦਾ ਜਿਹਨੇ ਸੱਚ ਨੂੰ ਕਮਾਇਆ ਹੈ। ਇੱਕ ਦੀ ਉਪਮਾ ਕਰਦਾ ਊੜਾ। ਊੜਾ ਉਪਮਾ ਤਾ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਗੰਗਾ ਅੱਖਰ ਗੰਗਾ, ਕੱਕਾ ਕੱਖਾ, ਗੱਗਾ ਕੱਗਾ ਗੰਗਾ। ਕਹਿੰਦੇ ਗੰਗਾ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਤ ਸੋਈ। ਸਰਬ ਜੀਆ ਮੈਂ ਏਕੋ ਜਾਣੈ, ਤਾਹੋ ਮੈਂ ਕਹੈ ਨਾ ਕੋਈ। ਗੰਗਾ ਅੱਖਰ ਕੀ ਹੈ ਕਿ ਇੱਕ ਦ੍ਰਿਸ਼ਟ ਹੋ ਕੇ, ਇੰਨਾ ਉੱਚਾ ਹੋ ਕੇ ਫਿਰ ਵੀ ਆਪਣੇ ਆਪ ਨੂੰ ਨੀਵਾਂ ਸਮਝਣਾ। ਇੰਨਾ ਉੱਚਾ ਜਾਣ ਤੋਂ ਬਾਅਦ ਵੀ ਫਿਰ ਆਪਣੇ ਆਪ ਨੂੰ ਨੀਵਾਂ ਸਮਝਣਾ। ਫਿਰ ਜਾ ਕੇ ਆਪਾਂ ਪ੍ਰਭੂ ਨੂੰ ਪਾਉਂਦੇ ਹਾਂ। ਭਉ ਭਗਤ ਕਰ ਨੀਚ ਸਦਾਏ, ਨਾਨਕ ਤੋ ਮੁਖ ਅੰਤਰ ਪਾਏ। ਜੇ ਉਸ ਅੱਖਰ ਨੂੰ ਬੁੱਝ ਲਿਆ, ਗੰਗੇ ਅੱਖਰ ਨੂੰ, ਕਿ ਇੰਨਾ ਉੱਚਾ ਹੋ ਕੇ ਵੀ ਅਸੀਂ ਕਿੱਥੇ ਰਹਿਣਾ? ਨੀਵਾਂ। ਉਸ ਨੂੰ ਫਿਰ ਕਹਿੰਦੇ ਵੇ ਇਹ ਪੰਡਤ ਹੈ, ਇਹ ਗਿਆਨੀ ਹੈ। ਉਹ ਫਿਰ ਸਾਰਿਆਂ 'ਚ ਪਰਮੇਸ਼ਰ ਨੂੰ ਦੇਖਦਾ ਹੈ। ਹਉਮੈ ਖਤਮ ਹੋ ਜਾਂਦੀ ਹੈ। ਤੇ ਇਸ ਤਰੀਕੇ ਨਾਲ ਆਪਾਂ ਚੱਲਣਾ ਹੈ, ਕਿਉਂਕਿ ਪਰਮੇਸ਼ਰ ਨੂੰ ਕੌਣ ਪਾਉਂਦਾ? ਆਪਸ ਕੋ ਜੋ ਜਾਣੇ ਨੀਚਾ, ਸੋਈ ਗਣੀਐ ਸਭ ਤੇ ਉੱਚਾ। ਨੀਚੋਂ ਊਚ ਕਰੇ ਮੇਰਾ ਗੋਬਿੰਦ। ਮਨ ਨੀਚਾ ਹੋਏਗਾ, ਇਸ ਨੂੰ ਉੱਚਾ ਕਰਦਾ ਹੈ। ਜੇ ਆਪਾਂ ਇੱਥੇ ਨੀਚੇ ਹੋ ਕੇ ਜਾਵਾਂਗੇ, ਨੀਵੇਂ ਹੋ ਕੇ ਜਾਵਾਂਗੇ, ਮਾਲਕ ਸਾਨੂੰ ਕਿੱਥੇ ਲੈ ਜਾਂਦਾ? ਉੱਚੇ ਥਾਂ 'ਤੇ। ਜੇ ਅਸੀਂ ਹੰਕਾਰ 'ਚ ਚੱਲਾਂਗੇ, ਨੀਵੇਂ ਨਹੀਂ ਹੋਵਾਂਗੇ, ਪਰਮੇਸ਼ਰ ਨੂੰ ਮਿਲ ਨਹੀਂ ਸਕਦੇ। ਮੱਤ ਕਿਹਦੀ ਉੱਚੀ ਹੁੰਦੀ? ਜਿਨ੍ਹਾਂ ਦਾ ਮਨ ਨੀਵਾ ਹੈ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ। ਮਤ ਪਤ ਕਰ ਆਖਾ ਆਪ, ਅਕਾਲ ਪੁਰਖ ਵਾਹਿਗੁਰੂ। ਜੇ ਮਨ ਹੰਕਾਰੀ ਹੈ, ਪਰਮੇਸ਼ਰ ਨੂੰ ਨਹੀਂ ਪਾਉਂਦਾ। ਸੋ ਮਨ ਦਾ ਨਿਵਣਾ ਹੈ, ਇੱਧਰ ਨੂੰ ਚੱਲਣਾ। ਸੋ ਆਓ ਕਿਵੇਂ ਆਪਾਂ ਆਪਣੇ ਘਰ ਜਾਣਾ ਹੈ। ਆਪਣੀ ਦ੍ਰਿਸ਼ਟੀ ਨੂੰ, ਇਹ ਦਰ ਜਿਹੜਾ ਹੈ, ਦਰਸ਼ਨੀ ਡਿਊਟੀ ਅਪੁਆਇੰਟ ਹੈ ਸਾਡਾ, ਜਿੱਥੋਂ ਸਵਾਸ ਆਉਂਦਾ ਹੈ, ਇਹ ਦਰ ਹੈ ਆਪਣਾ। ਮਨ ਨੇ ਨਿਵਣਾ ਹੈ, ਪਹਿਲਾਂ ਹੰਕਾਰ ਤੋਂ ਨਿਵਣਾ, ਨੀਵਾਂ ਜਾਣਾ ਹੈ। ਇੱਥੇ ਦੋਨਾਂ ਨੇਤਰਾਂ ਨੂੰ ਇੱਕ ਕਰਨਾ ਹੈ। ਇੱਥੋਂ ਫਿਰ ਅਸੀਂ ਇੱਧਰ ਨੂੰ ਉੱਪਰ ਜਾਣਾ ਹੈ। ਕਿਵੇਂ ਜਾਣਾ ਹੈ? ਪਹਿਲਾਂ ਆਪਾਂ ਆਪਣੇ ਧਿਆਨ ਨੂੰ ਇੱਥੇ ਲਾਵਾਂਗੇ। ਜੇ ਕੋਈ ਇੱਕ ਨਵਾਂ ਜੀਵ ਹੈ, ਉਸਨੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਲਾਈਵ ਵੀ ਚੱਲਦਾ ਹੈ, ਹੋ ਸਕਦਾ ਕੋਈ ਲਾਈਵ ਦੇ ਵਿੱਚ ਨਵਾਂ ਹੋਵੇ। ਆਪਾਂ ਕੀ ਕਰਨਾ ਹੈ? ਆਪਣੇ ਆਪ ਨੂੰ ਜਾਣਨਾ ਹੈ ਕਿ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਆਪਾਂ ਇੱਦਾਂ ਸਮ ਕਰਨਾ ਹੈ। ਨੱਕ 'ਤੇ ਧਿਆਨ ਲਗਾ ਕੇ ਇਹ ਦੇਖਣਾ ਹੁੰਦਾ ਹੈ ਕਿ ਅਸੀਂ ਦੋ ਦ੍ਰਿਸ਼ਟੀ ਵਿੱਚ ਹਾਂ ਕਿ ਇੱਕ ਦ੍ਰਿਸ਼ਟੀ ਵਿੱਚ ਦੇਖਦੇ ਹਾਂ। ਇੱਥੇ ਧਿਆਨ ਲਾ ਕੇ ਜੇਕਰ ਨੱਕ ਨਜ਼ਰ ਆਉਂਦਾ ਹੈ, ਫਿਰ ਆਪਾਂ ਦੋ ਦ੍ਰਿਸ਼ਟੀ 'ਚ ਦੇਖਦੇ ਹਾਂ। ਜੇ ਨੱਕ ਨਜ਼ਰ ਨਹੀਂ ਆਉਂਦਾ, ਇੱਕ ਦ੍ਰਿਸ਼ਟ ਦੇਖਦੇ ਹਾਂ। ਕਿਉਂਕਿ ਜਦੋਂ ਇੱਕ ਦ੍ਰਿਸ਼ਟ ਹੋ ਗਏ, ਸਾਨੂੰ ਨੱਕ ਨਹੀਂ ਦਿਸੇਗਾ। ਜੇ ਦਿਸੇਗਾ, ਹਲਕੀ ਜਿਹੀ ਪਰਛਾਈ ਲੈਫਟ ਸਾਈਡ ਤੋਂ ਦਿਸੇਗੀ। ਇੱਕ ਦ੍ਰਿਸ਼ਟ ਦੀ ਨਿਸ਼ਾਨੀ ਹੈ, ਤੇ ਉਹ ਆਪਾਂ ਦੇਖਣਾ ਹੈ। ਜੇ ਦਿਸਦਾ ਦੋ ਦ੍ਰਿਸ਼ਟੀ 'ਚ, ਫਿਰ ਇਹ ਦੇਖਣਾ ਹੈ ਕਿ ਕਿਸ ਪਾਸੇ ਤੋਂ ਦਿਸਦਾ ਹੈ। ਜਿੱਧਰ ਧਿਆਨ ਜ਼ਿਆਦਾ ਹੋਏਗਾ, ਜੇ ਸੱਜੇ ਜ਼ਿਆਦਾ ਹੋਏਗਾ, ਸਿਰਫ ਸੱਜੇ ਪਾਸਿਓਂ ਦਿਸੇਗਾ। ਜੇ ਧਿਆਨ ਖੱਬੇ ਜ਼ਿਆਦਾ ਹੋਏਗਾ, ਖੱਬੇ ਪਾਸਿਓਂ ਦਿਸੇਗਾ। ਜੇ ਧਿਆਨ ਵਿਚਾਲੇ ਹੋਏਗਾ, ਦੋਨੋਂ ਪਾਸੇ ਤੋਂ ਦਿਸੇਗਾ। ਇਸ ਨੂੰ ਗੁਰਬਾਣੀ 'ਚ ਮਹਾਰਾਜ ਸਮਝਾਉਂਦੇ ਨੇ, ਕਬਨ ਮੁਖ ਚੰਦ ਹਿਵੇ ਕਰ ਛਾਇਆ, ਕਬਨ ਮੁਖ ਸੂਰਜ ਤਪੈ ਤਪਾਇਆ। ਵੀ ਕਿਸੇ ਦੇ ਮੁਖ 'ਤੇ ਸੂਰਜ ਤਪਦਾ ਹੈ, ਧਿਆਨ ਸੱਜੇ ਹੈ, ਸੂਰਜ ਤਪਦਾ ਹੈ। ਧਿਆਨ ਖੱਬੇ ਹੈ, ਚੰਦਰਮਾ ਦੀ ਛਾਂ ਹੈ। ਕਬਨ ਮੁਖ ਕਾਲ ਜੋਤ ਨਿਤ ਰਹੇ। ਕਹਿੰਦੇ ਕਿਸੇ ਦੇ ਮੁਖ 'ਤੇ ਕਾਲ ਜਿਉਂਦਾ ਰਹਿੰਦਾ ਹੈ। ਤ੍ਰੈ ਗੁਣਾਂ ਦੇ ਵਿੱਚ ਕਾਲ ਜਿਉਂਦਾ ਹੈ। ਸਤੋ ਗੁਣ 'ਤੇ ਵੀ ਕਾਲ ਜਿਉਂਦਾ ਹੈ। ਕਬਨ ਬੁੱਧ ਗੁਰਮੁਖ ਪਤ ਰਹੇ। ਕਿਹੜੀ ਬੁੱਧੀ ਹੈ ਕਿ ਗੁਰਮੁਖ ਨੂੰ ਕਾਲ ਨਹੀਂ ਜਿਉਂਦਾ, ਗੁਰਮੁਖ ਦੀ ਪਤ ਰਹਿੰਦੀ ਹੈ। ਕਬਨ ਜੋਤ ਜੋ ਕਾਲ ਸੰਘਾਰੈ, ਬੋਲੇ ਬਾਣੀ ਨਾਨਕ ਵਿਚਾਰੈ। ਵੀ ਕਿਹੜਾ ਯੋਧਾ ਹੈ ਜਿਹੜਾ ਇਹ ਕਾਲ ਨੂੰ ਮਾਰ ਲੈਂਦਾ ਹੈ ਤੇ ਬਾਣੀ ਦੀ ਵਿਚਾਰ ਕਰਦਾ ਹੈ।
ਉੱਥੇ ਉਹ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ। ਕਹਿੰਦੇ ਉਹ ਜਦੋਂ ਸ਼ਬਦ ਭਾਖਣਗੇ ਕਿਹੜੇ? ਜਿਨ੍ਹਾਂ ਦੀ ਆਪਣੀ ਜੋਤ ਅਪਾਰ ਹੈ, ਜਿਨ੍ਹਾਂ ਦਾ ਸੂਰਜ ਚੰਦਰਮਾ ਸਮਾਇਆ ਹੈ, ਉਹ ਫਿਰ ਸਾਨੂੰ ਸ਼ਬਦ ਭਾਖਦੇ ਨੇ। ਉਹ ਜਦੋਂ ਸ਼ਬਦ ਦਿੰਦੇ ਨੇ, ਗਿਆਨ ਦਿੰਦੇ ਨੇ, ਕੀ ਹੁੰਦਾ ਹੈ? ਸੱਸ ਘਰ ਸੂਰ ਵਸੈ। ਸੂਰਜ ਚੰਦਰਮਾ ਦੇ ਘਰ ਆ ਜਾਂਦਾ ਹੈ, ਮਿਟੇ ਅੰਧਿਆਰਾ, ਅੰਧੇਰਾ ਦੂਰ ਹੋ ਜਾਂਦਾ ਹੈ। ਦੁੱਖ ਸੁੱਖ ਸਮ ਕਰ ਨਾਮ ਆਧਾਰਾ, ਨਾਨਕ ਆਪ ਮਿਲਾਵਣ ਹਾਰਾ। ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ। ਇੱਦਾਂ ਕਹਿੰਦੇ ਗੁਰ ਦੇ ਗਿਆਨ ਦੁਆਰਾ ਮਨ ਸੱਚ ਸਮਾਉਂਦਾ ਹੈ, ਕਾਲ ਤੋਂ ਰਹਿਤ ਹੋ ਜਾਂਦਾ ਹੈ। ਤੇ ਸਾਰਿਆਂ 'ਚ ਨਾਮ ਹੈ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ। ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਏ ਇਕਤ ਘਰ ਆਨੈ। ਦੂਜਾ ਖਤਮ ਹੋ ਜਾਂਦਾ, ਇੱਕ ਘਰ ਵਿੱਚ ਆ ਜਾਂਦੇ ਹਨ ਤਤ ਦਾ, ਜਿਨ੍ਹਾਂ ਨੇ ਸੁਣ ਕੇ ਮੰਨ ਲਿਆ। ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਸ਼ਚਲ ਮਿਲਨ ਸਹਿਜੇ। ਕਹਿੰਦੇ ਪੌਣ 'ਚ ਆ ਕੇ ਮਾਲਕ ਬੋਲਦਾ ਹੈ, ਗਿਆਨ ਦਿੰਦਾ ਹੈ, ਤੇ ਫਿਰ ਸਹਿਜ ਦੇ ਵਿੱਚ ਮਿਲਾਪ ਹੁੰਦਾ ਹੈ, ਸੋਝੀ ਆਉਂਦੀ ਹੈ, ਗਿਆਨ ਹੁੰਦਾ ਹੈ ਅੰਦਰ ਦਾ ਤੇ ਬਾਹਰ ਦਾ। ਸੋ ਇਸ ਕਰਕੇ ਆਪਾਂ ਚੱਲਣਾ ਹੈ। ਇੱਥੇ ਕਿਵੇਂ ਚੱਲਣਾ ਹੈ? ਆਪਣੀ ਦ੍ਰਿਸ਼ਟੀ ਇਸ ਪੁਆਇੰਟ 'ਤੇ ਸਮ ਕਰਨੀ ਹੈ। ਇਹ ਦੇਖਣਾ ਹੈ ਕਿ ਸਾਡੇ ਮੁਖ 'ਤੇ ਚੰਦਰਮਾ ਦੀ ਛਾਇਆ ਹੈ ਕਿ ਸੂਰਜ ਤਪਦਾ ਹੈ, ਕਿ ਜਾਂ ਅਸੀਂ ਸਤੋ ਗੁਣ 'ਤੇ ਫਸੇ ਹਾਂ। ਜੇ ਸਾਡਾ ਧਿਆਨ ਸੱਜੇ ਜ਼ਿਆਦਾ ਹੋਏਗਾ, ਫਿਰ ਨੱਕ ਸਿਰਫ ਸੱਜੇ ਪਾਸੇ ਦਿਸੇਗਾ। ਉਸ ਜੀਵ ਦੇ ਮੁਖ 'ਤੇ ਸੂਰਜ ਤਪਦਾ ਹੈ, ਤਮੋ ਗੁਣੀ ਹੈ ਇਸ ਪਾਸੇ। ਉਸਦੇ ਅੰਦਰ ਨਫ਼ਰਤ, ਵੈਰ, ਵਿਰੋਧ, ਗੁੱਸਾ ਬਹੁਤ ਹੁੰਦਾ। ਜਿਸ ਦਾ ਧਿਆਨ ਜ਼ਿਆਦਾ ਖੱਬੇ ਹੁੰਦਾ ਹੈ, ਉਸਨੂੰ ਖੱਬੇ ਪਾਸਿਓਂ ਦਿਸੇਗਾ। ਇਸ ਪਾਸੇ ਰਜੋ ਗੁਣ ਹੈ, ਇਸ ਪਾਸੇ ਆਸ਼ਾਵਾਂ, ਤ੍ਰਿਸ਼ਨਾਵਾਂ, ਚਿੰਤਾਵਾਂ ਜ਼ਿਆਦਾ ਪ੍ਰਬਲ ਰਹਿੰਦੀਆਂ ਜੀਵ ਦੇ। ਇਹਨੂੰ ਕਹਿੰਦੇ ਰਜੋ ਗੁਣ। ਤੇ ਜਿਸ ਦਾ ਧਿਆਨ ਵਿਚਾਲੇ ਹੋਏਗਾ, ਉਸਨੂੰ ਫਿਰ ਨੱਕ ਦੋਨੋਂ ਪਾਸੇ ਤੋਂ ਦਿਸਦਾ ਹੈ। ਉਹ ਫਿਰ ਸਤੋ ਗੁਣ ਆ ਜਾਂਦਾ ਹੈ। ਉੱਥੇ ਪੁੰਨਦਾਨ ਦੀਆਂ ਵਿਚਾਰਾਂ ਆ ਜਾਂਦੀਆਂ, ਸਮਾਜ ਸੇਵਾ ਦੀਆਂ। ਅੱਜ ਤਾਂ ਆਪਾਂ ਜੇ ਕਹੀਏ ਵੀ ਉੱਥੇ ਵੀ ਲਾਲਚ ਹੀ ਫਸਿਆ ਹੈ, ਸਾਰਾ ਕੁਛ ਲਾਲਚ ਹੈ। ਸਤੋ ਗੁਣ ਤਾਂ ਕੋਈ ਵਿਰਲਾ ਹੀ ਹੋਏਗਾ ਅੱਜ, ਲੇਕਿਨ ਉਹ ਵੀ ਮਾਇਆ। ਜੇ ਉਹ ਇੰਨਾ ਵੀ ਹੈ, ਫਿਰ ਵੀ ਅਸੀਂ ਮਾਇਆ 'ਚ ਹੀ ਹਾਂ। ਤਿੰਨੇ ਗੁਣ ਮਾਇਆ ਦੇ ਨੇ, ਰਾਜ ਗੁਣ, ਤਮ ਗੁਣ, ਸਤਗੁਣ ਕਹੀਐ ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਸੋ ਉਸ ਤੋਂ ਬਾਅਦ ਆਪਾਂ ਦੇਖਣਾ ਹੈ, ਜੇ ਇੱਕ ਦ੍ਰਿਸ਼ਟ ਹੋਵਾਂਗੇ ਨੱਕ ਨਹੀਂ ਦਿਸੇਗਾ। ਉਹ ਇੱਕ ਜੋਤ ਹਾਂ, ਉਹ ਦੇਵਤਾ ਅਵਸਥਾ ਹੁੰਦੀ ਹੈ। ਸੋ ਇੰਨਾ ਦੇਖਣਾ ਹੈ। ਉਸ ਤੋਂ ਬਾਅਦ ਫਿਰ ਆਪਾਂ ਇੱਕ ਜੁਗਤ ਹੈ, ਉਸ ਨੂੰ ਸਮਝਣਾ ਹੈ। ਉਹ ਇੱਕ ਸ਼ਬਦ ਹੈ, ਗੁਰ ਹੈ, ਉਸ ਦੁਆਰਾ ਫਿਰ ਆਪਾਂ ਅਭਿਆਸ ਕਰਾਂਗੇ। ਫਿਰ ਜਾ ਕੇ ਸਾਨੂੰ ਪ੍ਰਕਾਸ਼ ਪ੍ਰਗਟ ਹੋ ਜਾਏਗਾ। ਉਹ ਕੀ ਹੈ ਕਿ ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਕਹਾਂਗਾ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਆਪਣੀਆਂ ਪਲਕਾਂ ਉੱਤੇ ਚੁੱਕ ਦੇਣੀਆਂ ਹੈ, ਦੋਨਾਂ ਨੂੰ ਇੱਕ ਕਰਕੇ ਇੱਧਰ ਨੂੰ ਆਪਾਂ ਧਿਆਨ ਲੈ ਕੇ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਸਾਹਮਣੇ, ਫਿਰ ਜਦੋਂ ਕਹਾਂਗਾ ਨੱਕ 'ਤੇ, ਫਿਰ ਇੱਥੇ ਲਾ ਕੇ ਦੇਖਾਂਗੇ। ਸਾਡੇ ਸਾਰਿਆਂ ਦੇ ਮਸਤਕ ਦੇ ਸਾਹਮਣੇ ਪਰਮੇਸ਼ਰ ਵਸਦਾ ਹੈ। ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਤਣੀ। ਪੰਜ ਸ਼ਬਦ ਨਿਰਮਾਇਲ ਵਾਜੈ, ਢੁਲਕੇ ਸ਼ਬਰ ਸੰਖ ਕਨ ਗਾਜੈ। ਤੇ ਇਹ ਪੰਜ ਸ਼ਬਦ ਦਾ ਗਿਆਨ ਹੈ ਜਿਹੜਾ ਇਹ ਨਿਰਮਲ ਸ਼ਬਦ ਹੈ। ਤੇ ਜਦੋਂ ਆਪਾਂ ਇਸ ਗਿਆਨ ਦੁਆਰਾ ਮਸਤਕ 'ਤੇ ਜਾਂਦੇ ਹਾਂ, ਉਹ ਮਾਲਕ ਸਾਨੂੰ ਇੱਕ ਕਰ ਦਿੰਦਾ ਹੈ। ਉਹ ਇੱਕ ਜੋਤ ਕਰ ਦੇਗਾ। ਆ ਕੇ ਦੇਖਾਂਗੇ, ਇੱਕ ਦ੍ਰਿਸ਼ਟ ਹੋ ਜਾਵਾਂਗੇ। ਇੱਕ ਦ੍ਰਿਸ਼ਟ ਹੋਣ ਨਾਲ ਕੀ ਹੋਏਗਾ ਕਿ ਨੱਕ ਨਹੀਂ ਨਜ਼ਰ ਆਏਗਾ, ਜਾਂ ਇਸ ਪਾਸੇ ਇੱਕ ਹਲਕੀ ਜਿਹੀ ਪਰਛਾਈ ਪਹਿਲਾਂ ਸਾਨੂੰ ਦਿਸੇਗੀ, ਕਿਉਂਕਿ ਥੋੜ੍ਹੀ ਮੈਲ ਹੁੰਦੀ ਹੈ। ਜਦੋਂ ਆਪਾਂ ਅਭਿਆਸ ਕਰਾਂਗੇ ਨਿਰਮਲ ਹੋ ਜਾਏਗਾ। ਸੋ ਇਸ ਤਰੀਕੇ ਨਾਲ ਫਿਰ ਜੋਤ ਨੂੰ ਪਹਿਚਾਨਣਾ ਹੈ। ਫਿਰ ਆਪਾਂ ਪਰਮੇਸ਼ਰ ਨੂੰ ਪਹਿਚਾਨ ਸਕਦੇ। ਫਿਰ ਸਾਡਾ ਵਾਸਾ ਸੱਚੇ ਘਰ ਵਿੱਚ ਹੁੰਦਾ ਹੈ। ਸੱਚੇ ਮਹਿਲ ਨਿਵਾਸ ਨਿਰੰਤਰ ਵਾਸਾ ਹੋ ਜਾਂਦਾ ਹੈ। ਕਿਵੇਂ ਦਾ ਦਿਖਦਾ ਹੈ? ਨਿਸਦਾਮਨ ਜਿਉ ਚਮਕ ਚੰਦੈਨ ਦੇਖੈ, ਇਹ ਨਿਸ ਜੋਤ ਨਿਰੰਤਰ ਵੇਖੈ। ਜਿਸ ਤਰ੍ਹਾਂ ਰਾਤ ਨੂੰ ਚਾਨਣੀ ਰਾਤ ਹੁੰਦੀ, ਆਪਾਂ ਰਾਤ ਨੂੰ ਆਪਾਂ ਦੇਖਦੇ, ਇੱਥੇ ਚਾਨਣ ਦਿਸਦਾ ਹੈ ਸਾਨੂੰ। ਇੱਦਾਂ ਹੀ ਲਗਾਤਾਰ ਨਿਰੰਤਰ ਹੀ ਇੱਥੇ
चमक दिसनी शुरू हो जाती है। सो आओ करके देखिए। आओ अपनी दृष्टि नूं नक ते ला के देखिए कि नक दिसदा है जां नहीं दिसदा। जे दिसदा किस पासे तो दिसदा है, सज्जे खब्बे या दोनों पासे तो। आओ देखिए। सामने लेके आइए ध्यान, सामने देखिए। मस्तक के सामने ले जाइए ध्यान, पलकों उत्ते चुक दो। फिर सामने लेके आइए ध्यान, सामने देखिए। फिर नक ते सम करके देखिए। हुण नक ते ला के आपां देखना है, जेकर कोई नवां जीव जिसनूं नक दिसदा सी, चाहे सज्जे चाहे खब्बे चाहे दोनों पासे तो, कि हुण नक दिसनों हट गया, एक दृष्ट हो जावांगे, नक नहीं नजर आएगा। जाएगा हल्का जा एक परछाई जी खब्बे पासे तो, क्योंकि सूरज ने चंद्रमा च आउणा है, सज्जी नेत्र ने सज्जी दृष्टि ने खब्बी दृष्टि समाउणा है। इनू कहते एक दृष्ट होना, दो नेत्रा ने एक हो जाना। और ध्यान नीचे लेके चलिए, नीचे ध्यान लाओ। जो भी थले विषय है कपड़ा वगैरह, उस तो थोड़ा उपर आपां देखांगे। सानू कपड़े दे उत्ते ही इदां अनुभव होना शुरू होएगा जिवें एक पानी दी लहरां चलदियां ने, एक प्रकाश दी एक हलचल, एक झिलमिल अनुभव होनी शुरू हो जाती है, जिसनूं आपां देखी जाना है। फिर नक ते सम करके देखिए।
ਇੱਥੇ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ, ਨੱਕ 'ਤੇ ਦ੍ਰਿਸ਼ਟੀ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ, ਆਪਣੀ ਜੋਤ ਨੂੰ ਦੇਖਣਾ ਹੁੰਦਾ ਹੈ। फिर नीचे लाइए ध्यान, बिल्कुल रिलैक्स नीचे देखिए। सामने लेके आइए ध्यान, सामने देखिए, बिल्कुल रिलैक्स। मस्तक दे सामने लै जो ध्यान, पलकों ते चुक दो।
फिर सामने लेके आइए ध्यान। नीचे लीजिए ध्यान। और सम करके देखिए अपने आप को। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां जदों अभ्यास करांगे ते फिर सानू वो प्रकाश प्रगट हो जाता है जिहड़ा साडा सच्चा घर है। जिथे प्रकाश है ते जिथे आकार है, पौन है, पानी है, अगन है, ये संसार है। इस करके मेरे समझाते ने कि जिथे मन जदों जोत जोत से मिल जाती है फिर मन प्रकाश दे विच समाउंदा है, प्रकाश रूप हो जाता है। जिन्हों मेरे समझाते ने कि इत्थे पार होने वास्ते बेड़ा है सतगुरु का। सतगुरु है बोहे ता शब्द लगावन हार, तिथे पवन न पाप को ना जल ना आकार। तिथे सचो सच नाए पव जल तारन हार, जो लंघे सो पार पए सतगुर स्यो चित लाए। आवा गौन निवारिया ज्योति जोत मिलाए। जोत जोत मिल जाती, आवागमन खत्म हो जाता है, भवसागर तो पार हो जाते ने। सो इस तरीके नाल विचारां च जिन्ना मर्जी विचारिए, लेकिन जे चलना है सिर्फ इन्ना ही ज्ञान है कि ये दर है, इथों प्रवेश करना है ते अपने घर च मन नूं जोड़ना है, लिप जोड़नी है। जिथे मन ने निर्मल होना है, तन भी निर्मल होना, मन भी निर्मल होना है,
ਫਿਰ ਤਨ ਦਾ ਵੀ ਗ੍ਰਾਹਕ ਹੋ ਜਾਏਗਾ, ਤਨ ਨੂੰ ਵੀ ਖਰੀਦ ਲਏਗਾ, ਮਨ ਨੂੰ ਵੀ ਆਪਣਾ ਬਣਾ ਲਏਗਾ, ਤੇ ਫਿਰ ਸਾਡਾ ਤਨ ਵੀ ਪ੍ਰਵਾਨ ਹੋ ਜਾਏਗਾ, ਮਨ ਵੀ ਪ੍ਰਵਾਨ ਹੋ ਜਾਏਗਾ। ਨਹੀਂ ਤਾਂ ਮਹਾਰਾਜ ਕਹਿੰਦੇ ਇਹ ਤਨ ਕਿਸੇ ਕੰਮ ਨਹੀਂ ਆਉਂਦਾ। ਨਾਨਕ ਕੰਮ ਨ ਆਵਈ ਜਿਤ ਤਨ ਨਾਹੀ ਸੱਚਾ ਨਾਉ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ